श्री गुरु रामदास गुण गावा। श्री अर्जन विघ्न के नाशक विघ्न के नाशक। हर गोबिंद शुभ समत प्रकाशक। श्री हर राय नामो कार जोड़ी नमो कार जोड़ी। गुर हर कृष्ण मनाए तेग बहादुर परम कृपाला परम कृपाला। श्री गुरु गोबिंद सिंह विशाला। तारा तारा पर पुन पुन सीसा पुन पुन सीसा। बंदो बार बार जगदीसा। जिसमें है अमृत ज्ञान है मानक भगत वैराग। श्री गुरु ग्रंथ साहिब उदद बंदो कार्य अनुराग। श्री गुर शब्द कमाए जैना जीते पंच विकार। तिन संतन का बंदना सिर पर तार। एक ओंकारा सतगुरु तेह प्रसाद सच होए। वाहिगुरु जी की फतह विघ्न विनाशन सोए। वाहिगुरु जी की फतह विघ्न विनाशन सोए। सतनाम श्री वाहिगुरु साहिब जी। श्री मुख ते अमृत सम कहयो। तेरो लेख इसी विद लहयो। श्री मुख ते अमृत सम लहयो। चावर शतर तख्त के मालक गुरता गद्दी उपर सुभायमान दसां पातशाहियां दे आत्मिक स्वरूप जुगो जुग अटल। गरीब नवाज सच्चे पिता धन धन श्री गुरु ग्रंथ साहिब महाराज जी दी पावन पवित्र सुखमयी कल्याणकारी निधि गोद अंदर सुभायमान। पंज प्याले पंज पीर छठम पीर बैठा गुर भारी। अर्जन काया पलट कै मूरत हर गोबिंद सवारी। मेरे पीरी दे मालक सतगुरु धन धन श्री गुरु हरगोबिंद साहिब महाराज सच्चे पातशाह जी दे पावन पवित्र मुबारक चरण छो प्राप्त गुर इतिहासक स्थान गुरुद्वारा श्री गुरुसर साहिब विखे संध्या के दीवाना दे विच नतमस्तक हो रही हाजरियां लवा रही समूह गुरु की संगत जी। वडभाग है जो सतगुरां दे अमृत दर्शन गुरबाणी दे रस पिने शब्द कीर्तन सोदार श्री रहराज साहिब जी की अमृत बाणी दे जाप श्री मुखवाक श्रवण करके लाभ प्राप्त किया है, लाहा खटिया है।
ਚੱਲ ਰਹੀ ਸਤਿਗੁਰਾਂ ਦੇ ਜੀਵਨ ਕੌਤਕਾਂ ਦੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੈ। ਸੋ ਆਓ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ, ਅਸੀਸ ਬਖਸ਼ੋ, ਆਪਣੇ ਰਸਨਾ ਸਫਲਾਓ। ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਡਰੋਲੀ ਭਾਈ ਵਿਖੇ ਆਪਣੇ ਪਾਵਨ ਪਵਿੱਤਰ ਅੰਮ੍ਰਿਤ ਦਰਸ਼ਨ ਦੇ ਦਾਰ ਬਖਸ਼ਿਸ਼ ਕਰਕੇ ਮਾਲਵੇ ਦੀਆਂ ਸਿੱਖ ਸੰਗਤਾਂ ਨੂੰ ਨਿਹਾਲ ਮੁਕਤ ਕਰ ਰਹੇ ਹਨ। ਬੇਅੰਤ ਬਖਸ਼ਿਸ਼ਾਂ ਸਤਿਗੁਰਾਂ ਦੇ ਦਰਸ਼ਨ ਵਿੱਚੋਂ ਸੰਗਤਾਂ ਪ੍ਰਾਪਤ ਕਰਕੇ ਲਾਹੇ ਖੱਟਦੀਆਂ। ਸੋ ਵੱਡੇ ਨਗਰ ਦਾ ਰਹਿਣ ਵਾਲਾ ਇੱਕ ਆਕਲ ਸਿੱਖ, ਜਿਸ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਭਾਈ ਸਾਦਾ ਦੇ ਪੁੱਤਰ ਭਾਈ ਸਾਧੂ ਦੇ ਨਾਲ ਤੈਅ ਕੀਤਾ, ਪਰ ਇਹ ਸਖੀ ਸਰਵਰ ਦਾ ਚੇਲਾ ਹੈ। ਭਾਈ ਆਕਲ ਗੁਰੂ ਕਾ ਸਿੱਖ ਹੈ। ਲੋਕ ਲੱਜਾਂ ਨੂੰ ਮੁੱਖ ਰੱਖਦੇ ਆ, ਰਿਸ਼ਤੇਦਾਰੀਆਂ ਦੇ ਲਿਹਾਜ਼ ਨੂੰ ਵੇਖਦੇ ਆ, ਮੂੰਹੋਂ ਕੁਛ ਨਹੀਂ ਬੋਲਿਆ, ਪਰ ਮਨ ਵਿੱਚ ਬੜਾ ਪਛਤਾਉਂਦਾ ਵੀ ਮੈਂ ਗੁਰੂ ਕਾ ਪੱਕਾ ਸਿੱਖ ਹਾਂ ਤੇ ਮੇਰਾ ਸੰਬੰਧ ਹੈ ਜਿਹੜਾ ਉਹ ਇੱਕ ਪੀਰ ਨੂੰ, ਤੁਰਕ ਨੂੰ ਮੰਨਣ ਵਾਲੇ ਪਰਿਵਾਰ ਦੇ ਨਾਲ ਬਣ ਗਿਆ ਹੈ। ਸੋ ਇਸ ਨੇ ਆਪਣੀ ਪੁੱਤਰੀ ਦੇ ਵਿਆਹ ਦੀ ਤਿਆਰੀ ਕਰਵਾਈ। ਭਾਈ ਸਾਦਾ ਆਪਣੇ ਪੁੱਤਰ ਨੂੰ ਨਾਲ ਲੈ ਕੇ ਬਰਾਤ ਸਮੇਤ ਵੱਡੇ ਨਗਰ ਪਹੁੰਚਿਆ। ਜਥਾਯੋਗ ਇਸ ਨੇ ਸੇਵਾ ਕੀਤੀ, ਸਾਰੇ ਰੀਤੀ ਰਿਵਾਜ ਨਿਭਾਏ। ਤੁਰਨ ਲੱਗਿਆਂ ਆਪਣੀ ਪੁੱਤਰੀ ਨੂੰ ਸ਼ੁਭ ਸਿੱਖਿਆ ਦਿੱਤੀ ਕਿ ਪੁੱਤਰੀ, ਆਪਾਂ ਗੁਰੂ ਕੇ ਪੱਕੇ ਸਿੱਖ ਹਾਂ ਅਤੇ ਤੇਰਾ ਸਹੁਰਾ ਪਰਿਵਾਰ ਸਖੀ ਸਰਵਰ ਸੁਲਤਾਨ ਪੀਰ ਦਾ ਸੇਵਕ ਹੈ। ਜੇ ਤੈਨੂੰ ਇਹ ਕਹਿਣ ਵੀ ਤੂੰ ਤਾਂ ਵੀ ਪੀਰ ਦੀ ਪੂਜਾ ਨਹੀਂ ਕਰਨੀ, ਸੇਵਾ ਨਹੀਂ ਕਰਨੀ, ਤੂੰ ਸਤਿਗੁਰੂ ਦੇ ਚਰਨ ਕਮਲਾਂ 'ਤੇ ਹੀ ਓਟ ਆਸਰਾ ਰੱਖਣਾ। ਜਦੋਂ ਆਪਣੀ ਪੁੱਤਰੀ ਨੂੰ ਇਹ ਸ਼ੁਭ ਸਿੱਖਿਆ ਦਰੜਾਈ, ਇਹਦੀ ਪੁੱਤਰੀ ਵੀ ਹਿਰਦੇ ਵਿੱਚ ਬੜਾ ਪਛਤਾਉਂਦੀ ਹੈ, ਵਿਰਲਾਪ ਕਰਦੀ ਹੈ। ਇਹ ਭਾਈ ਸਾਦਾ ਆਪਣੇ ਪੁੱਤਰ ਨੂੰ, ਭਾਈ ਸਾਧੂ ਨੂੰ ਨਾਲ ਲੈ ਕੇ, ਆਕਲ ਸਿੱਖ ਦੀ ਕੰਨਿਆ ਨੂੰ ਨਾਲ ਲੈ ਕੇ ਆਪਣੇ ਨਗਰ ਤੁਕਲਾਨੀ ਨੂੰ ਰਵਾਨਾ ਹੋਇਆ। ਪਰ ਕਰਨੀ ਐਸੀ ਬਣੀ ਕਿ ਜਿਹੜੇ ਰਸਤੇ ਇਹਨਾਂ ਨੇ ਵੱਡੇ ਨਗਰ ਤੋਂ ਤੁਕਲਾਨੀ ਨੂੰ ਜਾਣਾ ਸੀ, ਰਸਤੇ ਵਿੱਚ ਡਰੋਲੀ ਭਾਈ ਨਗਰ ਪੈਂਦਾ ਸੀ, ਜਿੱਥੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੁਭਾਇਮਾਨ ਹੈ। ਇਹ ਸਾਰੀ ਰਾਤ ਚੱਲੇ। ਸਵੇਰ ਦੇ ਸਮੇਂ ਅੰਮ੍ਰਿਤ ਵੇਲੇ ਨਗਰ ਭਾਈ ਡਰੋਲੀ ਪਾਸ ਪੁੱਜੇ। ਇੱਥੇ ਵਿਸ਼ਰਾਮ ਕਰਨ ਦੇ ਵਾਸਤੇ ਡੋਲੇ ਸਮੇਤ ਰੁਕੇ। ਇੱਧਰ ਇਹ ਰੁਕੇ ਹਨ, ਇੱਧਰ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਸਤਿਗੁਰਾਂ ਦੇ ਹਜ਼ੂਰ ਦੀਵਾਨ ਲੱਗਾ ਆਰੰਭ ਹੋਇਆ। ਜਦੋਂ ਇਸ ਸਿੱਖ ਦੇ ਪੁੱਤਰੇ ਨੂੰ ਕੀਰਤਨ ਸ਼ਰਵਣ ਹੋਇਆ, ਇਸ ਨੂੰ ਧੁਨ ਸੁਣੀ, ਇਹ ਸਮਝ ਗਈ ਵੀ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਡੇਰਾ ਹੈ। ਇਹਨੇ ਕਹੀਰਾਂ ਨੂੰ, ਜਿਹੜੇ ਡੋਲੀ ਚੁੱਕਣ ਵਾਲੇ ਸੀ, ਉਹਨਾਂ ਨੂੰ ਧਨ ਦਾ ਲੋਭ ਦੇ ਕੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪ੍ਰੇਰਿਆ ਔਰ ਸਤਿਗੁਰਾਂ ਦੇ ਪਾਸ ਸੰਗਤ ਵਿੱਚ ਪੁੱਜੇ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਦਰਸ਼ਨ ਪ੍ਰਾਪਤ ਕੀਤੇ, ਸੰਗਤ ਵਿੱਚ ਬੈਠੇ। ਜਿਸ ਵਕਤ ਆਪਣੇ ਆਤਮਿਕ ਸਰੂਪ ਦੇ ਵਿੱਚੋਂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਨਿਕਲੇ, ਸ਼ਬਦ ਵਿੱਚੋਂ ਗਰੀਬ ਨਵਾਜ ਨੇ ਧਿਆਨ ਖਿੱਚ ਕੇ ਆਪਣਾ ਸਰੀਰ ਵਿੱਚ ਲੈ ਕੇ ਆਂਦਾ। ਨੇਤਰ ਖੋਲ੍ਹੇ ਤਾਂ ਸਾਹਮਣੇ ਸਨਮੁਖ ਬੈਠੀ ਹੋਈ ਇਸ ਸਿੱਖ ਦੀ ਪੁੱਤਰੀ ਨੂੰ ਵੇਖਿਆ, ਜੋ ਆਪਣੇ ਸਹੁਰੇ ਪਰਿਵਾਰ ਤੋਂ ਚੋਰੀ ਅਜੇ ਡੋਲੀ ਰਾਹ ਦੇ ਵਿੱਚ ਜਾ ਰਹੀ ਹੈ, ਘਰ ਵੀ ਨਹੀਂ ਪੁੱਜੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਲਈ ਪੁੱਜੀ ਹੈ। ਸੋ ਵਿਆਹ ਵਾਲਾ ਸਾਰਾ ਵੇਸ, ਨਵਾਂ ਸਰੀਰ 'ਤੇ ਧਾਰਿਆ ਹੋਇਆ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਸ ਹਾਲਾਤ ਨੂੰ ਵੇਖ ਕੇ ਇਸ ਪਾਸੋਂ ਪੁੱਛਿਆ, ਇਹਨੇ ਸਾਰੀ ਗੱਲ ਦੱਸੀ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਤੇਰੇ ਲੇਖਾਂ ਵਿੱਚ ਤਾਂ ਇਹ ਹੀ ਸੀ
ਤੈਨੂੰ ਇਹੋ ਜਿਹਾ ਹੀ ਪਰਿਵਾਰ ਮਿਲਣਾ ਸੀ, ਪਰ ਤੂੰ ਹੁਣ ਸੰਗਤ ਵਿੱਚ ਚੱਲ ਕੇ ਆਈ ਹੈ, ਇਸ ਕਰਕੇ ਤੇਰੇ 'ਤੇ ਮਿਹਰ ਕਰਾਂਗੇ। ਇੱਥੋਂ ਤੱਕ ਆਪਾਂ ਕੱਲ੍ਹ ਇਹ ਪ੍ਰਸੰਗ ਸ਼ਰਵਣ ਕੀਤੇ ਸਨ। ਆਓ ਅੱਗੇ ਜਿਸ ਤਰੀਕੇ ਨਾਲ ਪਾਵਨ ਗੁਰ ਇਤਿਹਾਸ ਦੀ ਵਿਚਾਰ ਆ ਰਹੀ ਹੈ, ਮਨ ਚਿੱਤ ਬਿਰਤੀਆਂ ਇਕਾਗਰ ਕਰੋ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਮਲਾਂ ਦਾ ਓਟ ਆਸਰਾ ਲੈਂਦੇ ਹਾਂ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਮੂਰਤ ਹਿਰਦੇ ਵਿੱਚ ਵਸਾ ਕਰਕੇ ਸਤਿਗੁਰਾਂ ਦੇ ਪਾਵਨ ਇਤਿਹਾਸ ਨਾਲ ਜੁੜ ਕੇ ਸਫਲ ਹੋਈਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਿਤਾ ਦਿਓ ਪਕਵਾਨ ਕੁਛ, ਸੋ ਗੁਰ ਅਗਰ ਚੜਾਏ। ਜਦੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਸ ਸਿੱਖ ਦੇ ਪੁੱਤਰੀ ਦੇ ਤਾਈਂ ਇਹ ਅੰਮ੍ਰਿਤ ਬਚਨ ਕੀਤੇ ਕਿ ਤੇਰਾ ਲੇਖ ਤਾਂ ਇਸੇ ਤਰੀਕੇ ਹੀ ਸੀ, ਪਰ ਤੂੰ ਹੁਣ ਸੰਗਤ ਵਿੱਚ ਚੱਲ ਕੇ ਆਈ ਹੈ, ਇਹ ਤੂੰ ਉੱਤਮ ਕਰਨੀ ਕੀਤੀ ਹੈ, ਸ਼ੁਭ ਪਵਿੱਤਰ। ਸੰਗਤ ਵਿੱਚ ਆਉਣ ਦਾ ਫਲ ਹੁਣ ਤੈਨੂੰ ਦਿਆਂਗੇ, ਤੇਰੀ ਕਰਨੀ ਹੈ ਜਿਹੜੀ ਤੇਰੇ ਲੇਖ ਹੈ ਉਹ ਉੱਤਮ ਬਣਾਵਾਂਗੇ। ਸੋ ਸੰਗਤ ਵਿੱਚ ਆਉਣ ਦਾ ਐਡਾ ਉੱਤਮ ਮਹਾਤਮ ਹੈ। ਜੇ ਕਿਸੇ ਦੇ ਮਾੜੇ ਲੇਖ ਹੋਣ ਗਰੀਬ ਨਵਾਜ ਮੇਟ ਦਿੰਦੇ ਆ, ਚੰਗੇ ਕਰਮ ਲਿਖ ਦਿੰਦੇ ਆ ਗਰੀਬ ਨਵਾਜ ਸੱਚੇ ਪਾਤਸ਼ਾਹ, ਮਿਟਾ ਕੇ ਲਿਖਣ ਦੇ ਵਿੱਚ ਸਮਰੱਥ ਹੈ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਕਿਹਾ ਇਹ ਤੇਰੇ ਪੁਰਾਣੇ ਲੇਖ ਮੇਟਾਂਗੇ, ਉੱਤਮ ਲੇਖ ਬਣਾਵਾਂਗੇ। ਜਦੋਂ ਇਹ ਬਚਨ ਸੁਣੇ ਤਾਂ ਭਾਈ ਆਕਲ ਦੀ ਕੰਨਿਆ ਜੋ ਹੈ, ਇਸ ਦੇ ਪਿਤਾ ਨੇ ਭਾਵ ਭਾਈ ਆਕਲ ਨੇ ਕੁਝ ਪਕਵਾਨ ਆਪਣੀ ਪੁੱਤਰੀ ਨੂੰ ਦਿੱਤਾ ਸੀ, ਡੋਲੀ ਦੇ ਵਿੱਚ ਜਾਂਦਿਆਂ ਰਸਤੇ ਦੇ ਵਿੱਚ ਛਕਣ ਦੇ ਲਈ, ਕਿਉਂਕਿ ਪਹਿਲੋਂ ਕਈ ਦਿਨ ਰਸਤਿਆਂ ਦੇ ਵਿੱਚ ਹੀ ਬਤੀਤ ਹੁੰਦੇ ਸਨ। ਸੋ ਜਿਹੜੇ ਉਹ ਉੱਤਮ ਪਕਵਾਨ ਇਸ ਦੇ ਪਿਤਾ ਨੇ ਇਸ ਨੂੰ ਦਿੱਤੇ ਸਨ। ਧੰਨ ਗੁਰੂ ਸਭ ਸ਼ਬਦ ਧਰ, ਲੀਜਹਿ ਮੋਹਿ ਬਚਾਏ। ਸੋ ਗੁਰ ਅਗਰ ਚੜਾਏ, ਉਹ ਇਹਨੇ ਪਕਵਾਨ ਉੱਤਮ ਭੋਜਨ ਸੀ ਜਿਹੜੇ ਸਤਿਗੁਰਾਂ ਦੇ ਸਨਮੁਖ ਭੇਟਾ ਕਰ ਦਿੱਤੇ ਇਹ ਆਕਲ ਦੀ ਪੁੱਤਰੀ ਨੇ। ਔਰ ਗਰੀਬ ਨਵਾਜ ਦੇ ਹਜੂਰ ਉਹ ਭੇਟਾ ਚੜਾ ਕੇ ਬੇਨਤੀ ਕੀਤੀ ਕਿ ਹੇ ਧੰਨ ਗੁਰੂ ਸਾਹਿਬ ਜੀਓ, ਆਪ ਸਾਰੀਆਂ ਸ਼ਕਤੀਆਂ ਨੂੰ ਧਰਨ ਵਾਲੇ ਹੋ, ਆਪ ਸਰਬ ਕਲਾ ਸਮਰੱਥ ਹੋ, ਆਪ ਮਿਹਰ ਕਰੋ ਮਹਾਰਾਜ, ਮੇਰੇ ਤਾਈਂ ਇਸ ਦੁਬਿਧਾ ਦੇ ਵਿੱਚੋਂ ਬਚਾ ਲਓ, ਮੈਨੂੰ ਇਸ ਸੰਕਟ ਵਿੱਚੋਂ ਕੱਢੋ। ਮੈਂ ਇੱਕ ਪੱਕੇ ਸਿੱਖ ਦੀ ਪੁੱਤਰੀ ਆ, ਗੁਰੂ ਦੇ ਚਰਨਾਂ 'ਤੇ ਸ਼ਰਧਾ ਰੱਖਣ ਵਾਲੀ, ਅਤੇ ਮੇਰਾ ਪਤੀ ਮੇਰਾ ਸਹੁਰਾ ਪਰਿਵਾਰ ਇੱਕ ਪੀਰ ਨੂੰ ਮੰਨਣ ਵਾਲਾ, ਇਸ ਦੁਬਿਧਾ ਦੇ ਵਿੱਚੋਂ ਮੇਰੀ ਰੱਖਿਆ ਕਰੋ ਜੀ। ਚੌਪਈ ਸੁਣ ਪ੍ਰਸੰਨ ਗੁਰ ਬਾਗ ਬਖਾਨਾ। ਸੁਣ ਕੇ ਪ੍ਰਸੰਨ ਹੋਏ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ। ਨਵੋਂ ਲੇਖ ਲਖਬੋ ਤੁਮ ਠਾਨਾ। ਗਰੀਬ ਨਵਾਜ ਕਹਿਣ ਲੱਗੇ ਤੇਰੇ ਨਵੇਂ ਲੇਖ ਲਿਖ ਦਿੱਤੇ ਐ, ਘਬਰਾ ਨਾ ਹਿਰਦੇ ਵਿੱਚ, ਪ੍ਰਸੰਨ ਹੋ, ਤੇਰੇ ਪੁਰਾਣੇ ਲੇਖ ਮਿਟਾ ਦਿੱਤੇ ਹਨ। ਪਿਤਾ ਦੋਹੇ ਸਿੱਖ ਸੋਤੇ ਤਰਿਓ। ਤੇਰਾ ਪਿਤਾ ਹੈ ਜੋ ਸਾਡਾ ਪੱਕਾ ਸਿੱਖ ਹੈ, ਉਹਨੇ ਤੇ ਐਸੀ ਭਾਵਨਾ ਨਾਲ ਸਿੱਖੀ ਕਮਾਈ ਹੈ, ਉਹ ਪਾਰ ਉਤਰ ਗਿਆ ਸੰਸਾਰ ਸਮੁੰਦਰ ਵਿੱਚੋਂ। ਘਰ ਸਸੁਰਾਰ ਕਰਤਾਰਥ ਕਰਿਓ। ਪਰ ਹੁਣ ਤੇਰਾ ਜਿਹੜਾ ਸਹੁਰਾ ਘਰ ਹੈ ਨਾ, ਉਹਨੂੰ ਵੀ ਅਸੀਂ ਕਰਤਾਰਥ ਨਾਉ ਹੈ ਸਫਲ ਦਾ ਭਾਵ ਸਫਲ ਕਰ ਦੇਣਾ। ਹੁਣ ਕਰ ਨਹੀਂ ਦੇਣਾ, ਬਲਕਿ ਤੂੰ ਸ਼ਰਨ ਵਿੱਚ ਆਈ ਹੈ, ਸਫਲ ਕਰ ਦਿੱਤਾ ਹੈ। ਸੋ ਜੇ ਕੋਈ ਇੱਕ ਪ੍ਰਾਣੀ ਸਮਰੱਥਪੁਰਾਂ ਦੇ ਚਰਨ ਕਮਲਾਂ ਦਾ ਓਟ ਆਸਰਾ ਲੈ ਲਏ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਲਵੇ, ਤਾਂ ਮਹਾਰਾਜ ਉਸ ਪ੍ਰਾਣੀ ਦੇ ਆਸਰੇ ਸਾਰੇ ਪਰਿਵਾਰ ਦਾ ਨਹੀਂ ਬਲਕਿ ਕੁਲਾਂ ਦਾ ਹੀ ਉਧਾਰ ਕਰ ਦਿੰਦਾ ਹੈ ਵਾਹਿਗੁਰੂ। ਐਸਾ ਬਿਰਧ ਹੈ, ਇਹ ਸਤਿਗੁਰੂ ਦੀ ਬਾਣੀ ਦੇ ਅੰਮ੍ਰਿਤ ਬਚਨ ਹੈ। ਇੱਕ ਪਰਿਵਾਰ ਦੀ ਗੱਲ ਤੇ ਛੱਡੋ, 10ਵੀਂ ਮੈਂਬਰਾਂ ਦੀ ਗੱਲ ਕਿੱਧਰੇ ਰਹੀ। ਮਹਾਰਾਜ ਕਹਿੰਦੇ ਪ੍ਰਹਿਲਾਦ ਜਨ ਕੇ 21 ਕੁਲ ਉਧਾਰੇ, ਆਪਣੇ ਸੇਵਕਾਂ ਦੀਆਂ 21 ਕੁਲਾਂ ਨੂੰ ਉਤਾਰ ਦਿੰਦਾ ਪਰਮੇਸ਼ਰ। ਐਸਾ ਸਰਬ ਸ਼ਕਤੀਮਾਨ ਸਮਰੱਥ ਹੈ ਉਹ ਵਾਹਿਗੁਰੂ। ਸੋ ਮਹਾਰਾਜ ਕਹਿਣ ਲੱਗੇ ਤੇਰਾ ਪਿਤਾ ਤੇ ਤਾਰੀ ਗਿਆ, ਤੇਰਾ ਪੇਕਾ ਪਰਿਵਾਰ ਤੇ ਤਰਿਆ ਹੀ ਤਰਿਆ ਸਿੱਖੀ ਕਮਾ ਕੇ, ਤੇਰਾ ਸਹੁਰਾ ਘਰ ਵੀ ਕਰਤਾਰਥ ਕਰਾਂਗੇ। ਸਿੱਖੀ ਦਾਨ ਦੀਨ ਹਮ ਤੋਹੀ। ਕਿਸ ਤਰੀਕੇ ਨਾਲ ਕਰਤਾਰਥ ਕਰਾਂਗੇ? ਅਸੀਂ ਤੇਰੀ ਝੋਲੀ ਦੇ ਵਿੱਚ ਸਿੱਖੀ ਦਾ ਦਾਨ ਪਾ ਦਿੱਤਾ, ਤੇਰੇ ਸਹੁਰੇ ਪਰਿਵਾਰ ਨੂੰ ਵੀ ਤੇਰੇ ਮੂੰਹ ਨੂੰ ਤੇਰੀ ਬੇਨਤੀ ਕਰਕੇ ਅਸੀਂ ਸਿੱਖੀ ਬਖਸ਼ਿਸ਼ ਕਰ ਦਿੱਤੀ। ਅਦਿਕ ਸਿੱਖ ਸੁਤ ਤੇਰੋ ਹੋਹੀ।
ਵਰ ਦਿੱਤਾ ਤੈਨੂੰ, ਤੇਰੇ ਘਰ ਦੇ ਵਿੱਚ ਇੱਕ ਪੁੱਤਰ ਜਨਮ ਲਏਗਾ ਜੋ ਬੜਾ ਪ੍ਰਤਾਪੀ ਸਿੱਖ ਹੋਏਗਾ, ਗੁਰੂ ਕੀ ਸਿੱਖੀ ਬੜੀ ਦ੍ਰਿੜਤਾ ਦੇ ਨਾਲ ਨਿਭਾਏਗਾ, ਪੱਕਾ ਗੁਰੂ ਕਾ ਸਿੱਖ ਹੋਏਗਾ ਔਰ ਉਹ ਪ੍ਰਗਟ ਹੋਏਗਾ ਇਸ ਸੰਸਾਰ ਵਿੱਚ। ਮਤ ਵੀ ਸਿੱਖ ਹੋਏ ਹੈ ਭਲੇ, ਤੇਰਾ ਜਿਹੜਾ ਪਤੀ ਹੈ ਉਹ ਵੀ ਭਲੀ ਪ੍ਰਕਾਰ ਸਿੱਖ ਬਣ ਜਾਏਗਾ ਗੁਰੂ ਕਾ, ਉਹ ਵੀ ਸੁਲਤਾਨ ਪੀਰ ਦਾ ਚੇਲਾ ਨਹੀਂ ਰਹੇਗਾ, ਪੀਰ ਨੂੰ ਮੰਨਣ ਵਾਲਾ ਨਹੀਂ ਰਹੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਮ੍ਰਿਤ ਬਚਨ ਹੋ ਰਹੇ ਹਨ। ਜੇ ਕੋਈ ਅੱਜ ਵੀ ਸਤਿਗੁਰਾਂ ਤੇ ਪੂਰਨ ਸ਼ਰਧਾ ਧਾਰਦਾ ਹੈ, ਮੰਨਦਾ ਵੀ ਹੈ ਕੋਈ ਪੀਰਾਂ ਦੇ ਤਾਈਂ, ਆਪਣਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ, ਬਸ ਇੱਕ ਸਮਝ ਦੀ ਗੱਲ ਹੈ। ਜੇ ਕੋਈ ਗੁਰੂ ਕਾ ਸਿੱਖ ਇਸ ਦੁਬਿਧਾ ਦੇ ਵਿੱਚ ਪਿਆ ਹੋਇਆ ਹੈ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਭਾਵਨਾ ਧਾਰ ਕੇ ਸਤਿਗੁਰਾਂ ਦੇ ਚਰਨ ਕਮਲਾਂ ਦਾ ਓਟ ਆਸਰਾ ਲੈ ਲਵੇ, ਉਹਦਾ ਇਸ ਦੁਬਿਧਾ ਦੇ ਵਿੱਚੋਂ ਛੁਟਕਾਰਾ ਹੋ ਸਕਦਾ ਹੈ। ਇਹ ਪੂਜਾ ਪ੍ਰਤਿਸ਼ਠਾ ਉਹਦੀ ਛੁੱਟ ਸਕਦੀ ਹੈ। ਕਈਆਂ ਦੀ ਮਜਬੂਰੀ ਬਣ ਜਾਂਦੀ ਹੈ, ਕਈਆਂ ਦੇ ਹਿਰਦਿਆਂ ਵਿੱਚ ਭਾਉ ਪੈ ਜਾਂਦਾ ਹੈ ਵੀ ਅਸੀਂ ਪੀੜ੍ਹੀਆਂ ਤੋਂ ਮੰਨਦੇ ਆ ਰਹੇ ਹਾਂ, ਜੇ ਅਸੀਂ ਛੱਡ ਦਿੱਤਾ ਪਤਾ ਨਹੀਂ ਕੀ ਹੋਏਗਾ। ਸੋ ਇਹ ਪਰੇਸ਼ਾਨੀ ਦੇ ਵਿੱਚੋਂ ਵੀ ਗਰੀਬ ਨਵਾਜ ਸੱਚੇ ਪਾਤਸ਼ਾਹ ਉਸ ਸਿੱਖ ਨੂੰ ਕੱਢ ਦਿੰਦੇ ਆ ਜੋ ਸਤਿਗੁਰਾਂ ਦੀ ਸ਼ਰਨ ਪੂਰੀ ਤਰ੍ਹਾਂ ਪ੍ਰਾਪਤ ਹੋ ਜਾਂਦਾ ਹੈ, ਸਤਿਗੁਰਾਂ ਦੀ ਸ਼ਰਨ ਪੁੱਜਦਾ ਹੈ। ਜੇ ਗੁਰਸਿੱਖੀ ਕੇ ਮਾਰਗ ਚਲੇ, ਮਹਾਰਾਜ ਕਹਿਣ ਲੱਗੇ ਉਹ ਗੁਰਸਿੱਖੀ ਦੇ ਮਾਰਗ ਤੇ ਚੱਲਣਗੇ, ਤੇਰਾ ਪਤੀ ਵੀ ਤੇ ਤੇਰਾ ਪੁੱਤਰ ਵੀ। ਏਕ ਗੁਰ ਬਾਕ ਸੁਣਿਓ ਹਰ ਖਾਈ, ਜਦੋਂ ਭਾਈ ਆਕੁਲ ਦੀ ਕੰਨਿਆ ਸਿੱਖ ਦੀ ਪੁੱਤਰੀ ਨੇ ਸ਼ੁਭ ਵਚਨ ਸੁਣੇ, ਬੜੀ ਪ੍ਰਸੰਨ ਹੋਈ ਮਨ ਵਿੱਚ। ਧੰਨ ਗੁਰੂ ਕੇ ਹਾਥ ਬਚਾਈ, ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦੀ ਹੈ, ਧੰਨ ਧੰਨ ਰਸਨਾ ਤੋਂ ਪੁਕਾਰਦੀ ਹੈ। ਕਹਿਣ ਲੱਗੀ ਮਹਾਰਾਜ ਆਪ ਜੀ ਧੰਨ ਹੋ, ਆਪ ਜੀ ਨੇ ਆਪਣੇ ਮੁਬਾਰਕ ਕਰ ਕਮਲ ਮੇਰੇ ਸੀਸ ਤੇ ਰੱਖ ਕੇ ਆਪਣੇ ਆਸ਼ੀਰਵਾਦ ਦਾ ਸਦਕਾ ਮੈਨੂੰ ਬਚਾ ਲਿਆ ਜੇ। ਜਬ ਸਾਦੇ ਨੇ ਪਿਖੀ ਨਾ ਡੋਰੀ, ਇੱਧਰ ਭਾਈ ਆਕਲ ਸਿੱਖ ਦੀ ਕੰਨਿਆ ਸਿੱਖ ਦੀ ਪੁੱਤਰੀ ਨੇ ਸਤਿਗੁਰਾਂ ਤੋਂ ਆਸ਼ੀਰਵਾਦ ਪ੍ਰਾਪਤ ਕਰ ਲਏ, ਸਤਿਗੁਰਾਂ ਨੂੰ ਪ੍ਰਸੰਨ ਕਰ ਲਿਆ। ਹੁਣ ਜਿੱਥੇ ਡੋਲੀ ਸੀ ਇਸ ਸਿੱਖ ਦੀ ਕੰਨਿਆ ਦੀ, ਜਿੱਥੋਂ ਇਹ ਚੱਲ ਕੇ ਆਈ ਸੀ, ਰਾਤ ਉਹਨਾਂ ਨੇ ਡੇਰਾ ਕੀਤਾ ਸੀ, ਉੱਥੇ ਭਾਈ ਸਾਦੇ ਨੇ ਜਦੋਂ ਵੇਖਿਆ ਵੀ ਮੇਰੀ ਨੂੰਹ ਦੀ ਡੋਲੀ ਇੱਥੇ ਬਰਾਤ ਦੇ ਡੇਰੇ ਵਿੱਚ ਨਹੀਂ ਹੈ, ਏਕਲ ਸੁਤ ਆਇਓ ਨਿਜ ਓਰੀ, ਜਿਹੜਾ ਮੇਰਾ ਪੁੱਤਰ ਹੈ ਭਾਈ ਸਾਧੂ ਉਹ ਇਕੱਲਾ ਹੀ ਮੇਰੇ ਪਾਸ ਆ ਗਿਆ ਸਵੇਰੇ ਜਾਗ ਕਰਕੇ। ਕਹੋ ਸਾਧੂ ਡੋਰੀ ਕਿਤ ਛੋਰੀ, ਤਦੋਂ ਫਿਰ ਇਸ ਨੇ ਆਪਣੇ ਪੁੱਤਰ ਨੂੰ ਪੁੱਛਿਆ, ਕਹਿਣ ਲੱਗਾ ਇਹ ਸਾਧੂ ਦੱਸ ਤੂੰ ਆਪਣੀ ਪਤਨੀ ਦੀ ਜਿਹੜੀ ਡੋਲੀ ਹੈ ਕਿੱਥੇ ਛੱਡ ਆਇਆ ਹੈ। ਕਹਿਓ ਸੋ ਗਮਨੀ ਸਤਿਗੁਰ ਓਰੀ, ਉਹਨੇ ਚਿਰ ਨੂੰ ਇੱਧਰ ਭਾਈ ਸਾਧੂ ਨੂੰ ਵੀ ਸਭ ਕੁਝ ਪਤਾ ਲੱਗ ਗਿਆ ਸੀ। ਇਹ ਕਹਿਣ ਲੱਗਾ ਉਹ ਤਾਂ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰਨ ਦੇ ਵਾਸਤੇ ਸਤਿਗੁਰਾਂ ਵਾਲੇ ਪਾਸੇ ਨੂੰ ਚਲੀ ਗਈ ਹੈ। ਸੁਣ ਸੁਣਤੇ ਰਿਸ ਔਰ ਮਹਿ ਛਾਈ, ਜਦੋਂ ਭਾਈ ਸਾਦੇ ਨੇ ਇਹ ਗੱਲ ਸੁਣੀ ਨਾ, ਇਹਦੇ ਹਿਰਦੇ ਨੂੰ ਗੁੱਸਾ ਚੜ ਗਿਆ। ਉਸੇ ਸਮੇਂ ਹੀ ਬੜੇ ਗੁੱਸੇ ਵਿੱਚ ਆ ਕੇ ਉਸ ਸਮੇਂ ਬੋਲਣ ਲੱਗਾ, ਕਹਿਓ ਕਹਾਂ ਗੁਰ ਨਿਕਟ ਪਠਾਈ, ਕਹਿਣ ਲੱਗਾ ਤੂੰ ਕਿੱਥੇ ਆਪਣੀ ਪਤਨੀ ਨੂੰ ਗੁਰੂ ਦੇ ਪਾਸ ਭੇਜ ਦਿੱਤਾ ਹੈ। ਕਰਹਿ ਕੋਪ ਸਰਵਰ ਸੁਲਤਾਨ, ਜਿਹੜਾ ਆਪਣਾ ਪੀਰ ਹੈ ਜਿਹਨੂੰ ਆਪਾਂ ਮੰਨਦੇ ਆ, ਉਹ ਸਰਵਰ ਸੁਲਤਾਨ ਪੀਰ ਆਪਣੇ ਤੇ ਗੁੱਸਾ ਕਰੂਗਾ, ਉਹਨੇ ਆਪਣੇ ਤੇ ਕ੍ਰੋਧ ਧਾਰਨਾ ਹੈ। ਗੁਰ ਕੋ ਨਾਮ ਨਾ ਭੂਲ ਬਖਾਨ, ਇਸ ਕਰਕੇ ਭੁੱਲ ਕਰਕੇ ਵੀ ਆਪਣੇ ਮੂੰਹ ਤੋਂ ਆਪਣੀ ਰਸਨਾ ਤੋਂ ਕਦੇ ਤੂੰ ਗੁਰੂ ਦਾ ਨਾਮ ਨਹੀਂ ਲੈਣਾ, ਗੁਰੂ ਦਾ ਨਾਮ ਲੈਣਾ। ਇਹ ਇਉਂ ਆਪਣੇ ਪੁੱਤਰ ਨੂੰ ਸਮਝਾਉਂਦਾ ਵੀ ਮਾੜਾ ਹੈ ਤੇਰੇ ਮੂੰਹ ਤੋਂ ਗੁਰੂ ਦਾ ਨਾਮ ਲੈਣਾ। ਵੇਖੋ ਸਾਧ ਸੰਗਤ ਜੀ, ਜੇ ਇੱਕ ਉਹ ਸਮਾਧਾਂ ਨੂੰ ਮੰਨਣ ਵਾਲੇ ਮੁਸਲਮਾਨ ਪੀਰਾਂ ਨੂੰ ਮੰਨਣ ਵਾਲੇ ਇਸ ਤਰ੍ਹਾਂ ਦੀ ਪਕਿਆਈ ਰੱਖਦੇ ਆ, ਸਾਡੇ ਗੁਰੂਆਂ ਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਦੇ। ਅਸੀਂ ਸਿੱਖਾਂ ਦੇ ਘਰ ਵਿੱਚ ਜੰਮ ਕੇ ਸਿੱਖਾਂ ਦੇ ਪੁੱਤਰ ਹੋ ਕੇ, ਮੈਂ ਫਿਰ ਬੇਨਤੀ ਕਰਾਂ ਸਾਡਾ ਕੋਈ ਵਿਰੋਧ ਨਹੀਂ ਕਿਸੇ ਨਾਲ, ਪਰ ਵਿਚਾਰਨ ਦੀ ਲੋੜ ਹੈ ਸਾਨੂੰ। ਅਸੀਂ ਸਿੱਖਾਂ ਦੇ ਪੁੱਤਰ ਹਾਂ, ਸਿੱਖਾਂ ਦੇ ਘਰ ਵਿੱਚ ਜਨਮ ਲੈਂਦੇ ਹਾਂ, ਗੁਰੂ ਘਰਾਂ ਨੂੰ ਮੰਨਦੇ ਹਾਂ, ਸਾਡਾ ਗੁਰੂ ਹਾਜ਼ਰ ਹੈ, ਜ਼ਾਹਰ ਜ਼ਹੂਰ ਹੈ, ਸਰਬ ਕਲਾ ਸਮਰੱਥ ਹੈ। ਫਿਰ ਸਾਨੂੰ ਕੀ ਲੋੜ ਪੈ ਗਈ ਹੈ ਕਿਸੇ ਪੀਰ ਮਗਲ ਲੱਗਣ ਦੀ? ਨਹੀਂ ਲੱਗਣਾ ਚਾਹੀਦਾ ਸਾਨੂੰ। ਹਾਂ, ਜੇ ਕਿਸੇ ਦੀ ਕੋਈ ਮਜਬੂਰੀ ਬਣ ਵੀ ਗਈ ਹੈ, ਉਹ ਛੁੱਟ ਨਹੀਂ ਰਿਹਾ, ਪਰ ਫਿਰ ਵੀ ਜੇ ਸਤਿਗੁਰੂ ਦੀ ਸ਼ਰਨ ਨੂੰ ਪ੍ਰਾਪਤ ਹੋਈਏ ਤੇ ਹੱਲ ਹੋ ਜਾਂਦਾ ਹੈ। ਕੋਸ਼ਿਸ਼ ਸਾਨੂੰ ਘੱਟੋ ਘੱਟ ਜ਼ਰੂਰ ਕਰਨੀ ਚਾਹੀਦੀ ਹੈ, ਸਤਿਗੁਰੂ ਦੇ ਚਰਨਾਂ ਤੇ ਸ਼ਰਧਾ ਰੱਖ ਕੇ। ਜਾਹੋ ਤੁਰਤ ਡੋਰੀ ਲੈ ਆਵਹੋ, ਇਹ ਕਹਿਣ ਲੱਗਾ ਜਾ ਛੇਤੀ ਦੇ ਨਾਲ ਸਤਿਗੁਰਾਂ ਦੇ ਸ਼ਿਵਰ ਦੇ ਵਿੱਚੋਂ ਜਾ ਕੇ ਡੋਲੀ ਵਾਪਸ ਲੈ ਆ। ਸਨੇ ਸਨੇ ਤਿਸ ਕਹੋ ਸਮਝਾਵਹੋ,
ਹੌਲੀ ਹੌਲੀ ਆਪਣੀ ਪਤਨੀ ਨੂੰ ਸਮਝਾਉਣਾ ਕਰੇ। ਸੁਨਤ ਪਿਤਾ ਤੇ ਗੁਰ ਟਿਕ ਗਇਓ। ਇਹ ਜਦੋਂ ਇਸਨੇ ਆਪਣੇ ਪਿਤਾ ਦੇ ਐਸੇ ਕ੍ਰੋਧ ਵਾਲੇ ਗੁੱਸੇ ਵਾਲੇ ਬਚਨ ਸੁਣੇ, ਭਾਈ ਸਾਧੂ ਨੇ ਉਸੇ ਸਮੇਂ ਤੁਰਤ ਹੀ ਸਤਿਗੁਰਾਂ ਦੇ ਪਾਸ ਪੁੱਜਾ ਆਪਣੀ ਪਤਨੀ ਨੂੰ ਲੈਣ ਵਾਸਤੇ। ਜਾ ਕੇ ਭਾਗ ਵਿਲੋਕਤ ਭਇਓ। ਜਦੋਂ ਜਾ ਕੇ ਇਸਨੇ ਗਰੀਬ ਨਵਾਜ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਮ੍ਰਿਤ ਦਰਸ਼ਨ ਕੀਤੇ ਨਾ, ਹੁਣ ਵੇਖੋ ਇੱਕ ਪੀਰ ਨੂੰ ਮੰਨਣ ਵਾਲਾ ਹੈ, ਸਤਿਗੁਰਾਂ ਦੇ ਜਦੋਂ ਅੰਮ੍ਰਿਤ ਦਰਸ਼ਨ ਪ੍ਰਾਪਤ ਕੀਤੇ ਉਸੇ ਸਮੇਂ ਇਸ ਦੇ ਭਾਗ ਜਾਗ ਗਏ, ਭਾਗ ਖੁੱਲ ਗਏ। ਇਸ ਕਰ ਗਇਓ ਹਟਾਵਨ ਜੋਏ। ਔਰ ਜਿਹੜਾ ਗੁੱਸਾ ਕਰਕੇ ਆਪਣੀ ਪਤਨੀ ਨੂੰ ਵਾਪਸ ਮੋੜਨ ਦੇ ਵਾਸਤੇ ਗਿਆ ਸੀ, ਗੁਰ ਦਰਸ਼ਨ ਤੇ ਸੀਤਲ ਹੋਏ। ਇਹਦੇ ਮਨ ਦਾ ਜਿਹੜਾ ਕ੍ਰੋਧ ਸੀ ਨਾ, ਬੜਾ ਗੁੱਸਾ ਸੀ ਇਸ ਨੂੰ ਵੀ ਮੇਰੀ ਪੁੱਤਰੀ ਸਤਿਗੁਰਾਂ ਦੇ ਪਾਸ ਗਈ ਹੈ, ਸਤਿਗੁਰਾਂ ਦੇ ਡੇਰੇ ਵਿੱਚ ਗਈ ਹੈ, ਸਤਿਗੁਰਾਂ ਦੇ ਦਰਸ਼ਨ ਕਰਨ ਗਈ, ਸਤ ਸੰਗਤ ਕਰਨ ਗਈ ਹੈ। ਇਸ ਦੇ ਹਿਰਦੇ ਦਾ ਸਾਰਾ ਹੀ ਗੁੱਸਾ ਨਿਰਵਿਰਤ ਹੋ ਗਿਆ। ਉਸੇ ਸਮੇਂ ਗਰੀਬ ਨਵਾਜ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਦਰਸ਼ਨ ਪ੍ਰਾਪਤ ਕਰਦਿਆਂ ਸਾਰੀ ਗੁੱਸਾ ਸ਼ਾਂਤ ਕਿਵੇਂ ਨਾ ਹੁੰਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਜਿਹੜੇ ਵੱਡੇ ਵੱਡੇ ਅਭਿਮਾਨੀ ਸੂਰਮੇ ਸੀ, ਆਪਣੇ ਆਪ ਨੂੰ ਸਮਝਣ ਵਾਲੇ, ਉਹਨਾਂ ਨੂੰ ਧੌਣੋਂ ਫੜ ਕੇ ਜੰਗ ਦੇ ਵਿੱਚ ਧੌਣ ਤੋਂ ਮਰੋੜ ਕੇ ਉਹਨਾਂ ਦੇ ਬਲ ਦਾ ਅਭਿਮਾਨ ਲਾ ਤਾਂ ਉਹਨਾਂ ਦੇ ਗੁੱਸੇ ਗਰੀਬ ਨਵਾਜ ਨੇ ਤੋੜਤੇ, ਨਿਰਵਿਰਤ ਕਰਦੇ। ਸ਼ਾਹਜਹਾਨ ਵਰਗਿਆਂ ਬਾਦਸ਼ਾਹਾਂ ਦੇ ਅਭਿਮਾਨ ਤੋੜ ਕੇ ਉਹਨਾਂ ਦੇ ਗੁੱਸੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਠੰਡੇ ਕਰ ਦਿੱਤੇ। ਤੇ ਇਹ ਭਾਈ ਸਾਦੇ ਦਾ ਪੁੱਤਰ ਸਾਧੂ ਕੀ ਹਸਤੀ ਸੀ ਗਰੀਬ ਨਵਾਜ ਦੇ ਸਨਮੁਖ। ਗਰੀਬ ਨਵਾਜ ਦੇ ਅੰਮ੍ਰਿਤ ਸੁੰਦਰ ਚਿਹਰੇ ਦੇ ਦਰਸ਼ਨ ਹੀ ਬਹੁਤ ਸੀ ਇਸ ਨੂੰ। ਸਤਿਗੁਰਾਂ ਦੇ ਪਵਿੱਤਰ ਸਰੀਰ ਸਰੂਪ ਦੇ ਅੰਮ੍ਰਿਤ ਦਰਸ਼ਨਾਂ ਦਾ ਹੀ ਐਸਾ ਪ੍ਰਤਾਪ ਵਰਸ ਗਿਆ। ਐਸੇ ਤੀਰ ਸਤਿਗੁਰਾਂ ਦੇ ਅੰਮ੍ਰਿਤ ਦਰਸ਼ਨਾਂ ਦੇ ਇਸ ਦੇ ਹਿਰਦੇ ਤੇ ਚੱਲੇ, ਸਾਰੇ ਦਾ ਸਾਰਾ ਗੁੱਸਾ ਉਸੇ ਸਮੇਂ ਲੈ ਗਿਆ। ਰਹਿਓ ਨਾ ਗਇਓ ਬੰਦਨਾ ਠਾਨੀ। ਇਹਨੇ ਆਪਣੇ ਆਪ ਨੂੰ ਯਤਨ ਤੇ ਬਹੁਤ ਕੀਤਾ ਰੋਕਣ ਦਾ, ਕਿਉਂਕਿ ਪੀਰ ਦਾ ਚੇਲਾ ਸੀ ਨਾ, ਬੜਾ ਯਤਨ ਕੀਤਾ ਵੀ ਮੈਂ ਆਪਣੇ ਆਪ ਨੂੰ ਰੋਕ ਲਵਾਂ, ਪਰ ਰੋਕਿਆ ਨਾ ਗਿਆ। ਧੱਕੇ ਨਾਲ ਹੀ ਵਧੋ ਵਧੀ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ ਔਰ ਨਮਸਕਾਰ ਕੀਤੀ ਹੈ। ਬੈਠਿਓ ਨਿਕਟ ਕਿਰਪਾਲ ਬਖਾਨੀ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਸਨਮੁਖ ਬਹਿ ਗਿਆ ਐਨ ਗਰੀਬ ਹੋ ਕੇ, ਸਮਰਪਿਤ ਹੋ ਕੇ। ਗੁਰ ਕੋ ਸਿੱਖ ਸਸੁਰ ਹੈ ਤੋਰਾ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਸ ਨੂੰ ਸਮਝਾਉਣ ਵਾਲੇ ਬਚਨ ਕੀਤੇ। ਅੰਮ੍ਰਿਤ ਬਾਣੀ ਕਹਿਣ ਲੱਗੇ, ਤੇਰਾ ਪਿਤਾ ਤੇਰਾ ਸਹੁਰਾ ਜੋ ਹੈ ਉਹ ਗੁਰੂ ਕਾ ਸਿੱਖ ਹੈ। ਵਿਸ਼ ਕੀ ਸੁਤਾ ਸੰਬੰਧੈ ਜੋਰਾ। ਤੂੰ ਉਸ ਸਿੱਖ ਦੀ ਪੁੱਤਰੀ ਦੇ ਨਾਲ ਆਪਣਾ ਸੰਬੰਧ ਜੋੜਿਆ, ਉਹਦੇ ਨਾਲ ਤੂੰ ਆਨੰਦ ਕਾਰਜ ਕੀਤਾ, ਸ਼ਾਦੀ ਕੀਤੀ ਹੈ। ਆਪ ਤੁਮ ਤਲਿਓ ਤੁਰਕ ਕੀ ਸੇਵਾ। ਇਸ ਕਰਕੇ ਹੁਣ ਤੂੰ ਤੁਰਕ ਦੀ ਸੇਵਾ ਕਰਨੀ ਛੱਡ ਦੇ। ਮੰਨਹੁ ਸ਼੍ਰੀ ਨਾਨਕ ਗੁਰਦੇਵਾ। ਤੂੰ ਪਰਮ ਗੁਰੂ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਜੋ ਪ੍ਰਤੱਖ ਹੈ, ਜੋ ਪ੍ਰਗਟ ਹੈ, ਜੋ ਕਿਧਰੇ ਵੀ ਨਹੀਂ ਗਏ, ਹਾਜ਼ਰ ਹਜ਼ੂਰ ਹਨ, ਉਹਨਾਂ ਨੂੰ ਆਪਣਾ ਗੁਰੂ ਮੰਨ। ਦੇਹੋ ਦਰੂਦ ਫੇਰ ਤੁਮ ਖਾਵਹੋ। ਤੁਸੀਂ ਪਹਿਲਾਂ ਕੀ ਕਰਦੇ ਹੋ? ਦਰੂਦ ਦਿੰਦੇ ਹੋ ਤੁਰਕ ਦੇ ਤਾਈਂ। ਦਰੂਦ ਦਾ ਭਾਵ ਹੁੰਦਾ ਹੈ ਦੁਆ। ਜਿਹੜਾ ਰੋਟ ਬਣਦਾ ਨਾ, ਪੀਰ ਦਾ ਰੋਟ ਬਣਾਉਂਦੇ ਆ ਪ੍ਰਸ਼ਾਦ, ਉਸ ਰੋਟ ਨੂੰ ਬਣਾ ਕੇ ਪਹਿਲਾਂ ਇਹ ਦਰੂਦ ਦੀ ਰੀਤੀ ਨਿਭਾਉਂਦੇ ਆ। ਦੁਆ ਕਰਕੇ ਫਿਰ ਉਹਦੀ ਕਬਰ ਨੂੰ ਛਹਾਉਂਦੇ ਆ ਵੀ ਇਹ ਉਹਦੇ ਮੂੰਹ ਨੂੰ ਛਹਾ ਕਰਕੇ ਪੀਰ ਦੇ ਨੂੰ ਉਸ ਰੋਟ ਦੀ ਪਹਿਲੀ ਬੁਰਕੀ, ਉਹ ਸਾਰਾ ਇੱਕ ਹੀ ਰੋਟ ਬਣਦਾ ਭਾਰੀ। ਜੇ ਉਹ ਕਈ ਰੋਟ ਬਣਾਏ ਜਾਣ ਤੇ ਫਿਰ ਵਾਰ-ਵਾਰ ਸਾਰੇ ਰੋਟਾਂ ਨੂੰ ਮੇਰੇ ਖਿਆਲ ਭੋਗ ਲਵਾਉਂਦੇ ਆ। ਐਵੇਂ ਇਹਨਾਂ ਦੀ ਰੀਤੀ ਆ ਦਰੂਦ ਦੀ। ਬਾਕੀ ਹੋ ਸਕਦਾ ਵੀ ਸਾਰੇ ਪੀਰਾਂ ਦਾ ਕੋਈ ਅੱਡੋ ਅੱਡ ਰੀਤੀ ਰਿਵਾਜ ਹੋਵੇ, ਕੋਈ ਪੀਰ ਵੀ ਇੱਕ ਥੋੜਾ ਹੀ ਆ, ਬਹੁਤ ਸਾਰੇ ਬੇਅੰਤ ਹੈ। ਸੋ ਇਸ ਕਰਕੇ ਇਹ ਕਹਿੰਦੇ ਪਹਿਲਾਂ ਤੁਸੀਂ ਉਹ ਦਰੂਦ ਦੀ ਰੀਤੀ ਨਿਭਾਉਂਦੇ ਹੋ। ਗਰੀਬ ਨਵਾਜ ਕਹਿੰਦੇ ਪਹਿਲਾਂ ਰੋਟ ਬਣਾ ਕੇ ਫਿਰ ਉਸ ਤੁਰਕ ਦੇ ਮੂੰਹ ਨੂੰ ਛਹਾਉਂਦੇ ਹੋ, ਮੁਸਲਮਾਨ ਪੀਰ ਦੇ ਮੂੰਹ ਨੂੰ ਛਹਾ ਕਰਕੇ। ਤੁਰਕ ਝੂਠ ਤੇ ਜਨਮ ਗਵਾਵਹੋ। ਫਿਰ ਉਹਦੀ ਝੂਠ ਤੁਸੀਂ ਆਪ ਖਾਂਦੇ ਹੋ। ਉਹਦੀ ਝੂਠ ਖਾ ਕਰਕੇ ਆਪਣੇ ਜਨਮ ਨੂੰ ਬਿਰਥਾ ਗਵਾਉਂਦੇ ਹੋ। ਜਿੰਦ ਸਰੀਰ ਪਰਮੇਸ਼ਰ ਦੀਨਾ। ਤੁਹਾਡੇ ਤਾਈਂ ਇਹ ਸਿੱਖਾਂ ਵਾਲਾ ਸਰੀਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਤੁਸੀਂ ਸਿੱਖਾਂ ਦੇ ਘਰ ਦੇ ਵਿੱਚ ਜਨਮੇ ਹੋਏ ਹੋ। ਤੁਹਾਡਾ ਧਰਮ ਹੋਰ ਹੈ। ਬਹੁਤਾਤ ਇੱਥੇ ਹਿੰਦੂ ਸ਼ਬਦ ਇਸ ਕਰਕੇ ਆਇਆ ਕਿਉਂਕਿ ਬਹੁਤੀ ਗਿਣਤੀ ਦੇ ਵਿੱਚ ਉਦੋਂ ਜਾਂ ਤੇ ਲੋਕ ਇਸ ਹਿੰਦੁਸਤਾਨ ਵਿੱਚ ਹਿੰਦੂ ਹੀ ਸੀ ਤੇ ਜਾਂ ਤੁਰਕ ਸੀ। ਖਾਲਸਾ ਪੰਥ ਬਾਅਦ ਵਿੱਚ ਪ੍ਰਗਟ ਹੋਇਆ। ਸਿੱਖ ਪੰਥ ਦੀ ਨੀਂਹ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਜਨਮ ਸਮੇਂ ਰੱਖੀ ਗਈ। ਸੋ
ਉਦੋਂ ਤੱਕ ਇੰਨਾ ਜ਼ਿਆਦਾ ਜੇ ਸਿੱਖ ਧਰਮ ਦਾ ਫੈਲਾਓ ਨਹੀਂ ਸੀ ਕੋਈ ਬਹੁਤਾ ਹੋਇਆ, ਔਰ ਤੁਰਕਾਂ ਦੇ ਵੱਲੋਂ ਰੋਕਣ ਦੀਆਂ ਵੀ ਬਹੁਤ ਸਾਰੀਆਂ ਸਖਤ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਅਸਲੀਅਤ ਤੇ ਹੀ ਸੀ ਵੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਵੀ ਤੇ ਇਸ ਕਰਕੇ ਹੀ ਹੋਏ। ਤੁਰਕੇ ਜਹਾਂਗੀਰੀ ਦੇ ਵਿੱਚ ਉਹ ਲਿਖਦਾ ਹੈ, ਜਹਾਂਗੀਰ ਸਾਫ ਲਫ਼ਜ਼ਾਂ ਦੇ ਵਿੱਚ, ਵੀ ਮੈਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਬੜੇ ਲੰਮੇ ਸਮੇਂ ਤੋਂ ਸ਼ਹੀਦ ਕਰਨਾ ਚਾਹੁੰਦਾ ਸੀ। ਉਹਨਾਂ ਦੀ ਗੋਇੰਦਵਾਲ ਇੱਕ ਦਰਿਆ ਦੇ ਕੰਢੇ ਤੇ ਦੁਕਾਨ ਹੈ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਸਥਾਨ ਨੂੰ ਇਸ਼ਾਰਾ ਕਰਕੇ ਕਹਿੰਦਾ, ਉੱਥੇ ਭੋਲੇ ਭਾਲੇ ਹਿੰਦੂਆਂ ਨੂੰ ਤੇ ਤੁਰਕਾਂ ਨੂੰ ਮੁਸਲਮਾਨਾਂ ਨੂੰ ਵਰਗਲਾ ਕੇ ਉਹਨਾਂ ਦਾ ਧਰਮ ਤਬਦੀਲ ਕੀਤਾ ਜਾਂਦਾ ਹੈ, ਉਹਨਾਂ ਨੂੰ ਆਪ ਦੇ ਧਰਮ ਵਿੱਚ ਲਿਆਂਦਾ ਜਾਂਦਾ ਹੈ। ਇਹ ਮੈਨੂੰ ਪਸੰਦ ਹੀ ਨਹੀਂ ਸੀ, ਸੋ ਮੈਂ ਇਸ ਦੁਕਾਨ ਨੂੰ ਬੰਦ ਕਰਨਾ ਚਾਹੁੰਦਾ ਸੀ। ਤੁਰਕੇ ਜਹਾਂਗੀਰੀ ਦੇ ਵਿੱਚ ਉਹਨੇ ਲਿਖਿਆ ਹੈ, ਜੋ ਆਪਣੀ ਪੁਸਤਕ ਉਹਨੇ ਲਿਖੀ ਹੈ ਜੀਵਨੀ ਜਹਾਂਗੀਰ ਨੇ। ਸੋ ਇਸ ਕਰਕੇ ਉਹ ਸਖਤ ਕੋਸ਼ਿਸ਼ਾਂ ਦੇ ਵਿੱਚ ਵੀ ਸਿੱਖ ਧਰਮ ਵਧੇ ਫੁੱਲੇ ਨਾ। ਉਹ ਕੋਸ਼ਿਸ਼ਾਂ ਤੇ ਅੱਜ ਤੱਕ ਵੀ ਉਸੇ ਤਰੀਕੇ ਦੇ ਨਾਲ ਹੀ ਜਾਰੀ ਹੈ ਵੀ ਸਿੱਖ ਧਰਮ ਵਧੇ ਫੁੱਲੇ ਨਾ, ਖਾਲਸਾ ਪੰਥ ਅੱਗੇ ਵਧੇ ਹੀ ਨਾ, ਫੁੱਲੇ ਹੀ ਨਾ। ਸੋ ਇਸ ਕਰਕੇ ਜਾਂ ਤੇ ਬਹੁਤਾਤ ਹਿੰਦੂ ਸੀ ਤੇ ਜਾਂ ਤੁਰਕ ਸੀ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ, ਤੂੰ ਹਿੰਦੂਆਂ ਦੇ ਘਰ ਵਿੱਚ ਜੰਮਿਆ, ਜਨਮ ਤੇਰਾ ਹਿੰਦੂਆਂ ਦੇ ਘਰ ਦਾ ਹੈ, ਮੰਨਦਾ ਤੂੰ ਤੁਰਕਾਂ ਨੂੰ ਹੈ, ਫਿਰ ਉਹਨਾਂ ਦੀ ਝੂਠ ਵੀ ਖਾਂਦਾ ਹੈ, ਇਉਂ ਆਪਣੇ ਜਨਮ ਨੂੰ ਵਰਥਾ ਗਵਾਰਿਆ ਹੈ। ਕਿਉਂ ਵਿਅਰਥ ਖੋਬਰ ਮਤ ਹੀਨਾ, ਕਿਉਂ ਵਿਅਰਥ ਇਸ ਜਨਮ ਨੂੰ ਗਵਾਰਿਆ ਹੈ ਮਤ ਤੋਂ ਹੀਨਾ ਹੋ ਕਰਕੇ। ਇਤਿਆਦਿਕ ਜਬ ਗੁਰੂ ਸੁਣਾਇਓ, ਇਤਿਆਦਿਕ ਜਦੋਂ ਸ਼ੁਭ ਬਚਨ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣਾਏ, ਸਾਧੂ ਬਾਲਕ ਤਬ ਬਿਰਮਾਇਓ, ਉਸੇ ਸਮੇਂ ਜਿਹੜਾ ਇਹ ਸਾਧੂ ਬੱਚਾ ਸੀ, ਅਜੇ ਬਾਲਕ ਉਮਰ ਸੀ ਇਸ ਦੀ, ਉਸੇ ਸਮੇਂ ਇਸ ਨੂੰ ਸਮਝ ਆ ਗਏ। ਕਰਿਓ ਵਿਚਾਰਨ ਬਚ ਸ੍ਰੀ ਗੁਰ ਕਾ, ਵਾਰ-ਵਾਰ ਇਹਨੇ ਆਪਣੀ ਬੁੱਧੀ ਦੇ ਨਾਲ ਗਰੀਬ ਨਵਾਜ ਗੁਰੂ ਦੇ ਬਚਨ ਵਿਚਾਰਨੇ ਕੀਤੇ। ਹਮ ਹਿੰਦੂ ਕਿਉਂ ਮੰਨ ਹੈ ਤੁਰਕਾ, ਇਹ ਕਹਿਣ ਲੱਗਾ ਸਾਡਾ ਧਰਮ ਹੋਰ ਹੈ, ਅਸੀਂ ਫਿਰ ਹੋਰ ਧਰਮ ਦੇ ਪੀਰ ਨੂੰ ਕਿਉਂ ਮੰਨਦੇ ਆ, ਅਸੀਂ ਫਿਰ ਮੁਸਲਮਾਨ ਦੀ ਪੂਜਾ ਕਿਉਂ ਕਰਦੇ ਆ, ਸੇਵਾ ਕਿਉਂ ਕਰਦੇ ਆ। ਵਾਕਿਆ ਹੀ ਇਹ ਸੋਚਣ ਵਾਲੀ ਗੱਲ ਤਾਂ ਹੈ। ਕਰ ਕੈ ਰੋਟ ਦਰੂਦ ਦਿਵਾਵ ਹੈ, ਅਸੀਂ ਰੋਟ ਬਣਾ ਕਰਕੇ ਪਹਿਲਾਂ ਵਾਕਿਆ ਹੀ ਉਹਨੂੰ ਸੁਹਾਉਣੇ ਆ, ਉਹਦੇ ਮੂੰਹ ਨੂੰ ਭੋਗ ਲਵਾਉਣੇ ਹਾਂ। ਤੁਰਕ ਝੂਠ ਲਖ ਕਰ ਪੁਨ ਖਾਵ ਹੈ, ਤੇ ਜੇ ਸਮਝਿਆ ਜਾਵੇ ਹੈ ਤਾਂ ਉਹ ਝੂਠ ਹੀ ਹੈ ਨਾ, ਫਿਰ ਉਹਦੀ ਝੂਠ ਅਸੀਂ ਆਪ ਛਕਦੇ ਹਾਂ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਭੋਗ ਦਾ ਰਿਵਾਜ ਹੈ। ਮੈਂ ਬੇਨਤੀ ਕਰਾਂ, ਇਹ ਉਸ ਤਰੀਕੇ ਦਾ ਦਰੂਦ ਦਾ ਕੋਈ ਰਿਵਾਜ ਨਹੀਂ ਵੀ ਕਲਮਾ ਕਰਕੇ ਝੂਠਾ ਮੰਨ ਕੇ ਛਕਣਾ, ਇਹ ਕੋਈ ਗੱਲ ਨਹੀਂ। ਇਹ ਸਤਿਗੁਰੂ ਗਰੀਬ ਨਵਾਜ ਦੇ ਹਜ਼ੂਰ ਨਹੀਂ। ਭੋਗ ਸ਼ਸਤਰ ਦੇ ਨਾਲ ਲਵਾਇਆ ਜਾਂਦਾ ਹੈ, ਸ਼ਸਤਰ ਨੂੰ ਚੰਗੇ ਤਰੀਕੇ ਦੇ ਨਾਲ ਮਾਂਜ ਸਵਾਰ ਕੇ, ਇਸ ਕਰਕੇ ਉਹ ਝੂਠ ਨਹੀਂ ਰਹਿ ਜਾਂਦੀ। ਹੁਣ ਆਪਣੇ ਭੋਗ ਤੇ ਤਰਕ ਨਾ ਕਰ ਲਿਓ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਜਦੋਂ ਮਾਤਾ ਸਾਹਿਬ ਦੇਵਾ ਕੌਰ ਨੇ ਨੰਦੇੜ ਦੀ ਧਰਤੀ ਤੇ ਬੇਨਤੀ ਕੀਤੀ ਸੀ ਨਾ ਕਿ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮੈਂ ਆਪ ਜੀ ਦੇ ਅੰਮ੍ਰਿਤ ਦਰਸ਼ਨ ਕੀਤੇ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਛਕਦੀ, ਮੈਂ ਪਹਿਲਾਂ ਆਪ ਜੀ ਦਾ ਭੋਜਨ ਛਕਣ ਦਾ ਇੰਤਜ਼ਾਰ ਕਰਦੀ ਹਾਂ, ਸੇਵਾ ਨਿਭਾਉਣੀ ਆ, ਆਪ ਜੀ ਦੇ ਅੰਮ੍ਰਿਤ ਦਰਸ਼ਨ ਕਰਨ ਤੋਂ ਬਾਅਦ, ਆਪ ਜੀ ਦੇ ਪ੍ਰਸ਼ਾਦਾ ਛਕਣ ਤੋਂ ਬਾਅਦ ਮੈਂ ਭੋਜਨ ਪ੍ਰਾਪਤ ਕਰਦੀ ਹਾਂ। ਹੁਣ ਤੁਸੀਂ ਜੋਤੀ ਜੋਤ ਸਮਾਉਣ ਲੱਗੇ ਹੋ, ਮੈਂ ਆਪਣਾ ਪ੍ਰਣ ਕਿਵੇਂ ਨਿਭਾਉਂਗੀ? ਮੈਂ ਤਮਾਮ ਉਮਰ ਇਹ ਪ੍ਰਣ ਨਿਭਾਉਣ ਦਾ ਵਚਨ ਲਿਆ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਪਣੀ ਇੱਕ ਢਾਲ, ਕਟਾਰ, ਸ਼੍ਰੀ ਸਾਹਿਬ ਤੇ ਇੱਕ ਗਾਤਰੇ ਵਾਲੀ ਛੋਟੀ ਸ਼੍ਰੀ ਸਾਹਿਬ ਮਾਤਾ ਸਾਹਿਬ ਦੇਵਾ ਕੌਰ ਨੂੰ ਭੇਟ ਕੀਤੀ, ਬਖਸ਼ਿਸ਼ ਕੀਤੀ। ਮਹਾਰਾਜ ਕਹਿਣ ਲੱਗੇ ਤੁਹਾਡਾ ਪ੍ਰਣ ਨਿਭੇਗਾ, ਸਾਡਾ ਵਾਸਾ ਅੱਜ ਤੋਂ ਬਾਅਦ ਪੰਥ ਵਿੱਚ ਹੈ, ਸਰੀਰ ਪੰਥ ਮੈਂ, ਆਤਮਾ ਗ੍ਰੰਥ ਮੈਂ। ਇਹ ਜਿਹੜੇ ਸ਼ਸਤਰ ਹੈ ਸਾਡੇ ਪੰਥ ਦਾ ਅਟੁੱਟ ਹਿੱਸਾ ਹੈ, ਅਟੁੱਟ ਅੰਗ ਹੈ। ਅੱਜ ਤੋਂ ਬਾਅਦ ਤੁਸੀਂ ਇਹਨਾਂ ਸ਼ਸਤਰਾਂ ਦੇ ਦਰਸ਼ਨ ਪ੍ਰਾਪਤ ਕਰਨੇ, ਇਹਨਾਂ ਸ਼ਸਤਰਾਂ ਵਿੱਚੋਂ ਸਾਡੇ ਦਰਸ਼ਨ ਹੋਣਗੇ। ਔਰ ਸ਼੍ਰੀ ਸਾਹਿਬ ਨੂੰ ਸਾਡੀ ਰਸਨਾ ਸਮਝ ਕੇ ਭੋਜਨ ਪ੍ਰਸ਼ਾਦੇ ਨੂੰ, ਕੜਾਹ ਪ੍ਰਸ਼ਾਦ ਨੂੰ, ਜੋ ਵੀ ਵਸਤੂ ਤੁਸੀਂ ਛਕਣੀ ਆ, ਤਿਆਰ ਕਰਕੇ ਉਦੋਂ ਪਹਿਲਾਂ ਸ਼ਸਤਰ ਦੇ ਨਾਲ ਭੋਗ ਲਵਾਉਣਾ, ਉਹ ਸਾਨੂੰ ਪ੍ਰਾਪਤ ਹੋਏਗਾ। ਸਾਡੀ ਜ਼ਬਾਨ, ਸਾਡੀ ਜੀਵਾ ਸ਼੍ਰੀ ਸਾਹਿਬ ਸਮਝਣੀ। ਇਹ ਪਵਿੱਤਰ ਬਚਨ ਕੀਤੇ ਸੀ, ਉੱਥੋਂ ਇਹ ਭੋਗ ਲਵਾਉਣ ਦੀ ਮਰਿਆਦਾ ਤੁਰੀ ਹੈ। ਤੇ ਮੈਂ ਇੱਕ ਗੱਲ ਹੋਰ ਕਰਦਾ ਹਾਂ, ਬੜੀ ਵੱਡੀ ਸਾਜ਼ਿਸ਼ ਆ ਜੋ ਸਾਡੇ ਇਤਿਹਾਸ ਦਾ ਖੰਡਨ ਹੈ, ਰਹਿਤਨਾਮਿਆਂ ਦਾ ਖੰਡਨ ਹੈ। ਜਿਹੜਾ ਕਹਿਣਾ ਨਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਦੂਜਾ ਕੋਈ ਗ੍ਰੰਥ ਹੈ ਹੀ ਨਹੀਂ, ਉਹਦੇ ਵਿੱਚ ਗੁਰਮਤਿ ਦੀ ਗੱਲ ਹੀ ਨਹੀਂ, ਮੁੱਢੋਂ ਹੀ ਖੰਡਨ ਕਰਨਾ ਜਿਹੜਾ, ਇਹ ਇੱਕ ਤਰੀਕਾ ਲੱਭਿਆ ਉਹਨਾਂ ਨੇ। ਸਾਡੇ ਜਿਹੜੇ ਸੁਚੱਜੇ
ਪੰਥ ਦੇ ਰੀਤੀ ਰਿਵਾਜ ਨਾ, ਜਿਹੜੀਆਂ ਮਰਿਆਦਾਵਾਂ ਉਹਨਾਂ ਦਾ ਘਾਣ ਉਵੇਂ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਸਾਡੇ ਇਤਿਹਾਸ ਦਾ ਖੰਡਨ ਨਹੀਂ ਕੀਤਾ ਜਾ ਸਕਦਾ। ਜਿੱਥੋਂ ਸਾਡੀਆਂ ਮਰਿਆਦਾਵਾਂ ਬਹੁਤਾਤ ਆਉਂਦੀ ਹੈ, ਸਾਰੇ ਉਹਨਾਂ ਗ੍ਰੰਥਾਂ ਦਾ ਹੀ ਖੰਡਨ ਕਰਦੇ ਹੋ, ਸਾਡੀਆਂ ਮਰਿਆਦਾ ਦਾ ਖੰਡਨ ਆਪੇ ਹੀ ਹੋ ਗਿਆ। ਹੁਣ ਗੁਰੂ ਨਾਨਕ ਦੇਵ ਸਾਹਿਬ ਜਗਤ ਗੁਰੂ ਹੈ, ਉਹ ਜਗਤ ਗੁਰੂ ਦੀ ਜ਼ਿੰਮੇਵਾਰੀ ਦੇ ਨਾਲ ਤਮਾਮ ਲੋਕਾਈ ਨੂੰ ਉਪਦੇਸ਼ ਦੇ ਰਹੇ ਹਨ। ਉਹਨਾਂ ਵਾਸਤੇ ਸਿੱਖ, ਖਾਲਸਾ, ਹਿੰਦੂ, ਮੁਸਲਮਾਨ, ਈਸਾਈ ਸਭ ਇੱਕ ਰੂਪ ਹੈ। ਉਹਨਾਂ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ, ਕੋਈ ਫਰਕ ਨਹੀਂ। ਪਰ ਜੋ ਪੰਥ ਖਾਲਸਾ ਹੈ ਉਹਦੀ ਸਾਰੇ ਧਰਮਾਂ ਦੇ ਨਾਲੋਂ ਇੱਕ ਵੱਖਰੀ ਰਹਿਤ ਮਰਿਆਦਾ ਹੈ। ਇਸ ਕਰਕੇ ਸ਼੍ਰੀ ਦਸਮ ਗ੍ਰੰਥ, ਇਤਿਹਾਸ, ਰਹਿਤਨਾਮੇ ਇਹ ਸਾਡੇ ਖਾਲਸੇ ਪੰਥ ਦੇ ਅਟੁੱਟ ਅੰਗ ਹੈ। ਇਹ ਸਾਡੇ ਖਾਲਸੇ ਪੰਥ ਦਾ ਅਟੁੱਟ ਹਿੱਸਾ ਹੈ, ਜਿਹੜੇ ਪੰਥ ਨੂੰ ਗਰੀਬ ਨਵਾਜ ਨੇ ਗੁਰਿਆਈ ਦਿੱਤੀ ਹੈ। ਸਰੀਰ ਪੰਥਮੈ, ਆਤਮਾ ਗ੍ਰੰਥਮੈ। ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਹੈ, ਉੱਥੇ ਖਾਲਸੇ ਪੰਥ ਨੂੰ ਵੀ ਹੈ। ਖਾਲਸੇ ਨੂੰ ਵੀ ਖੁਦ ਖੁਦਾ ਬਣਾਇਆ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ। ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਹੁਣ। ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਨੇ ਬਚਨਾਂ ਨੂੰ ਮੈਂ ਇਸ ਕਰਕੇ ਬੇਨਤੀ ਕੀਤੀ ਕਿ ਸਾਡੇ ਹਿਰਦੇ ਵਿੱਚ ਤਰਕ ਨਾ ਉੱਠ ਖਲੋਵੇ ਵੀ ਜੇ ਉਹ ਰੋਟ ਨੂੰ ਇਸ ਤਰੀਕੇ ਨਾਲ ਦਰੂਦ ਪੜ੍ਹ ਕੇ ਛਕਣਾ ਕਿਤੇ ਝੂਠ ਹੈ, ਤੇ ਫਿਰ ਇਹ ਭੋਗ ਲਵਾਉਣਾ ਵੀ ਕਿਤੇ ਝੂਠ ਨਾ ਹੋਵੇ। ਸੋ ਇਸ ਕਰਕੇ ਮੈਂ ਬੇਨਤੀ ਕਰ ਰਿਹਾ। ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨੇ ਵਾਰ-ਵਾਰ ਵਿਚਾਰਨ ਲੱਗ ਪਿਆ ਜੀ। ਤਰਕ ਵਿਚਾਰਨ ਕੀਨ ਵਡੇਰੀ। ਔਰ ਵੈਸੇ ਵੀ ਜਦੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਸਨਮੁਖ ਸਰੀਰ ਵਿੱਚ ਜਦੋਂ ਸਤਿਗੁਰੂ ਵਿਚਰਦੇ ਸਨ, ਜਦੋਂ ਸਤਿਗੁਰਾਂ ਦੇ ਹਜ਼ੂਰ ਦੇਗ ਲਿਆਂਦੀ ਜਾਂਦੀ ਸੀ ਨਾ, ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਨਾਮ ਦਾ ਗੱਫਾ ਕੱਢਿਆ ਜਾਂਦਾ ਸੀ, ਵਰਤਾਰਾ ਕੱਢਿਆ ਜਾਂਦਾ ਸੀ। ਉਹ ਗਰੀਬ ਨਵਾਜ ਸੱਚੇ ਪਾਤਸ਼ਾਹ ਤਮਾਮ ਛਕਣ ਦੇ, ਸੰਗਤ ਦੇ ਛਕਣ ਤੋਂ ਬਾਅਦ ਆਪ ਛਕਦੇ ਸਨ। ਇਹ ਸਲੀਕਾ ਸੀ ਦੇਗ ਵਰਤਾਉਣ ਦਾ ਸਤਿਗੁਰੂ ਦੀ ਹਜ਼ੂਰੀ ਵਿੱਚ ਵੀ। ਲੰਗਰ ਦਾ ਵੀ ਇਉਂ ਹੀ ਤਰੀਕਾ ਸੀ। ਬਾਕੀ ਸਾਰਿਆਂ ਦਾ ਤੁਸੀਂ ਆਪ ਪੜ੍ਹ ਕੇ ਵੇਖ ਲਓ ਇਤਿਹਾਸ, ਜਿਹੜੇ ਗੁਰੂ ਅਖਵਾਉਂਦੇ ਆ। ਕਈ ਆਪਣੇ ਚੇਲਿਆਂ ਨੂੰ ਪਾਣੀ ਵਿੱਚ ਥੁੱਕ ਕੇ ਉਹ ਪਾਣੀ ਪਿਆਉਂਦੇ ਆ। ਔਰ ਮੁਸਲਮਾਨਾਂ ਦੇ ਵਿੱਚ ਇਹ ਰਿਵਾਜ ਸੀ ਵੀ ਉਹ ਰੋਟ ਨੂੰ ਪਹਿਲੋਂ ਜੂਠਾ ਕਰਕੇ ਫਿਰ ਬਾਕੀ ਪ੍ਰਸ਼ਾਦ ਦੇ ਵਿੱਚ ਰਲਾ ਕੇ ਤੇ ਉਹ ਸੰਗਤ ਵਿੱਚ ਆਪਦੀ ਵਿੱਚ ਵਰਤਾਉਂਦੇ ਹੁੰਦੇ ਸੀ। ਠੀਕ ਹੈ। ਸੋ ਇਸ ਕਰਕੇ ਇਹ ਆਪੋ ਆਪਣੇ ਸਲੀਕੇ ਹੈ ਸਭ ਦੇ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਇਸ ਕਰਕੇ ਇਸ ਨੂੰ ਸਮਝ ਦੇ ਰਹੇ ਹੈ ਔਰ ਇਹ ਵਿਚਾਰ ਰਿਹਾ ਹੈ ਜੀ। ਗੁਰ ਪਗ ਲਪਟਾਇਓ ਤਿਸ ਬੇਰੀ। ਉਸੇ ਸਮੇਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਲਿਪਟ ਗਿਆ। ਕਹੋ ਆਪਣੋ ਸਿੱਖ ਬਣਾਵੋ। ਇਹ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਠੀਕ ਹੈ, ਮੈਂ ਹਿੰਦੂਆਂ ਦੇ ਘਰ ਵਿੱਚ ਜੰਮਿਆ ਤੇ ਮੁਸਲਮਾਨ ਦੀ ਪੂਜਾ ਕਰਦਾ, ਪਰ ਹੁਣ ਮੇਰੇ ਤੇ ਮਿਹਰ ਕਰੋ, ਮੈਨੂੰ ਆਪਣਾ ਸਿੱਖ ਬਣਾ ਲਵੋ। ਗੁਰਕ ਸੇਵ ਤੇ ਮੋਹਿ ਹਟਾਵੋ। ਮੈਂ ਜਿਹੜੀ ਇਹ ਸੇਵਾ ਕਰਦਾ ਇਸ ਦੁਬਦਾ ਵਿੱਚ ਫਸ ਗਿਆ ਹਾਂ, ਮੈਨੂੰ ਇਹਦੇ ਵਿੱਚੋਂ ਬਾਹਰ ਕੱਢ ਲਓ ਗਰੀਬ ਨਵਾਜ ਜੀ। ਸ਼ਰਧਾ ਵਧੀ ਜਾਨ ਗੁਣ ਖਾਨੀ। ਇਹ ਮਹਾਰਾਜ ਸੱਚੇ ਪਾਤਸ਼ਾਹ ਗੁਣਾਂ ਦੇ ਖਾਨ ਆਪ ਜੀ ਦੇ ਬਾਰੇ ਜਾਣ ਕਰਕੇ, ਆਪ ਜੀ ਦਾ ਦਿੱਤਾ ਗਿਆਨ ਗ੍ਰਹਿਣ ਕਰਕੇ ਮੇਰੇ ਹਿਰਦੇ ਵਿੱਚ ਸ਼ਰਧਾ ਵੱਧ ਗਈ ਹੈ। ਚਰਨਾਮ੍ਰਿਤ ਦੀਨੋ ਦੁਖ ਹਾਨੀ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣਾ ਚਰਨਾਮ੍ਰਿਤ ਬਖਸ਼ਿਸ਼ ਕਰੋ। ਚਰਨਾਮ੍ਰਿਤ ਪ੍ਰਾਪਤ ਕਰਕੇ ਇਹਨੇ ਆਪਣੇ ਦੁੱਖ ਨਾਸ਼ ਕੀਤੇ। ਸਤਨਾਮ ਸਿਮਰਨ ਉਪਦੇਸ਼ਾ। ਸਤਨਾਮ ਸੱਚਾ ਨਾਮ ਜੋ ਬਖਸ਼ਿਸ਼ ਕੀਤਾ ਅਕਾਲ ਪੁਰਖ ਦਾ, ਵਾਹਿਗੁਰੂ ਜੋ ਗੁਰਮੰਤਰ ਹੈ, ਉਹ ਦੇ ਕਰਕੇ ਨਿਹਾਲ ਕੀਤਾ, ਉਪਦੇਸ਼ ਬਖਸ਼ਿਸ਼ ਕੀਤਾ। ਸੁਖ ਉਪਜਹਿ ਸਿੱਖ ਵਿਸ਼ੇਸ਼ਾ। ਗਰੀਬ ਨਵਾਜ ਨੇ ਬਚਨ ਕੀਤੇ, ਭਾਈ ਸਾਧੂ ਤੇਰਾ ਪੁੱਤਰ ਪੈਦਾ ਹੋਏਗਾ ਇਸ ਬੀਬੀ ਦੀ ਕੁੱਖੋਂ, ਉਹ ਬਹੁਤ ਭਾਰੀ ਸਿੱਖੀ ਨੂੰ ਮੰਨਣ ਵਾਲਾ, ਦ੍ਰਿੜਤਾ ਦੇ ਨਾਲ ਨਿਭਾਉਣ ਵਾਲਾ ਹੋਏਗਾ। ਸੁਣ ਕਰ ਦੰਪਤ ਉਰ ਹਰ ਖਾਏ। ਸੁਣ ਕਰਕੇ ਇਹ ਦੋਵੇਂ ਜੀ ਪਤੀ ਪਤਨੀ ਆਪਣੇ ਹਿਰਦੇ ਵਿੱਚ ਬੜੇ ਪ੍ਰਸੰਨ ਹੋਏ। ਗੁਰ ਸਿੱਖੀ ਦ੍ਰਿੜ ਕਰ ਚਲ ਆਏ। ਸਤਿਗੁਰਾਂ ਦੀ ਬਖਸ਼ਿਸ਼ ਕੀਤੀ, ਪ੍ਰਾਪਤ ਕੀਤੀ ਸਿੱਖੀ ਨੂੰ ਦ੍ਰਿੜਤਾ ਨਾਲ ਹਿਰਦੇ ਵਿੱਚ ਧਾਰ ਕੇ ਵਾਪਸ ਪਰਤਾਏ ਜਿੱਥੇ ਰਾਤ ਨੂੰ ਵਿਸ਼ਰਾਮ ਲਈ ਡੋਲੀ ਰੁਕੀ ਸੀ। ਮਿਲੇ ਬਰਾਤ ਆਨ ਵਗ ਚਲੇ। ਔਰ ਆਣ ਕਰਕੇ ਰਸਤੇ ਦੇ ਵਿੱਚ ਬਰਾਤ ਨੂੰ ਮਿਲੇ ਔਰ ਅਗਲੇ ਦਿਨੇ ਜੋ ਚਾਲੇ ਸੀ ਆਪਣੇ ਪਿੰਡ ਨੂੰ ਤੁਕਲਾਨੀ ਨਗਰ ਨੂੰ ਪਾ ਦਿੱਤੇ। ਤੁਕਲਾਣੀਪੁਰ ਮਾਰਗ ਭਲੇ। ਉਸ ਰਸਤੇ ਤੇ ਚੱਲ ਪਏ ਜਿਹੜੇ ਰਸਤੇ ਤੇ ਤੁਕਲਾਨੀ ਨਗਰ ਆਉਂਦਾ ਹੈ। ਜਬ ਘਰ ਗਏ ਨਾਰ ਸਮੁਦਾਏ। ਜਦੋਂ ਇਉਂ ਸਾਰੇ ਬਰਾਤੀ ਸਮੇਤ ਇਹ ਸਿੱਖ ਦੀ ਕੰਨਿਆ ਆਪਣੇ ਘਰ ਵਿੱਚ ਪਹੁੰਚੀ ਹੈ, ਮਿਲੀ ਗੀਤ ਗਾਵਤ ਹਰ ਖਾਏ। ਅੱਗੋਂ ਨਗਰ ਦੀਆਂ ਜਿਹੜੀਆਂ ਸਾਰੀਆਂ ਇਸਤਰੀਆਂ ਸਨ ਉਹ ਵੀ ਮਿਲ ਕੇ ਆਈਆਂ ਔਰ ਭਲੇ ਗੀਤ ਜੋ ਖੁਸ਼ੀ ਦੇ ਗਾਉਂਦੀਆਂ ਹਨ। ਸਰਵਰ ਕੇ ਮੁਕਾਮ ਲੈ ਗਈ।
ਜਿਹੜਾ ਸਰਵਰ ਦਾ ਬਣਾਇਆ ਹੋਇਆ ਮਕਾਮ ਜਗ੍ਹਾ ਸੀ ਨਾ ਘਰ ਦੇ ਵਿੱਚ ਪੀਰ ਦੀ, ਉੱਥੇ ਲੈ ਕੇ ਗਈਆਂ ਸਿੱਖ ਦੀ ਪੁੱਤਰੀ ਨੂੰ। ਦੂਲੋ ਦੁਲਹਨ ਦੇਖੀ ਨਾਈ, ਦੇਖ ਕਰਕੇ ਨਵੀਂ ਵਿਆਹੀ ਹੋਈ ਜੋੜੀ ਜੋ ਹੈ, ਵਰਿੰਦ ਤਰਖਾਣ ਤਰਖਾਣੀ ਮਿਲੇ। ਤਰਖਾਣ ਜਾਤ ਦੀਆਂ ਬਹੁਤ ਸਾਰੀਆਂ ਇਸਤਰੀਆਂ ਤੇ ਪੁਰਸ਼ ਇਸ ਇਕੱਠ ਦੇ ਵਿੱਚ ਮਿਲ ਕੇ ਖਲੋਤੇ ਹੋਏ ਹਨ। ਕਹਾਂ ਕੇ ਸਿਰ ਟੇਕੋ ਇਸ ਥਲੇ, ਉਹ ਦੋਵੇਂ ਹੁਣ ਉਹ ਸਾਰੇ ਕਹਿੰਦੇ ਇਸ ਭਾਗੀ ਜੋੜੀ ਨੂੰ, ਭਾਈ ਸਾਧੂ ਦੇ ਤਾਈ ਔਰ ਇਸ ਦੀ ਪਤਨੀ ਦੇ ਤਾਈ, ਭਾਈ ਆਕੁਲ ਸਿੱਖ ਦੀ ਕੰਨਿਆ ਤਾਈ, ਕਿ ਤੁਸੀਂ ਇਸ ਜਗ੍ਹਾ ਦੇ ਉੱਪਰ ਮੱਥਾ ਟੇਕੋ ਚੰਗੇ ਤਰੀਕੇ ਨਾਲ। ਸੁਨ ਸਾਧੂ ਨੇ ਲਾਤ ਪ੍ਰਹਾਰੀ, ਸੁਣ ਕਰਕੇ ਭਾਈ ਸਾਧੂ ਨੇ ਗੁੱਸੇ ਵਿੱਚ ਆ ਕੇ, ਵੀਰ ਰਸ ਵਿੱਚ ਆ ਕੇ, ਉਹ ਜਿਹੜੀ ਸਮਾਧ ਬਣੀ ਹੋਈ ਸੀ ਨਾ ਸਖੀ ਸਰਵਰ ਦੀ, ਉਦੋਂ ਕੱਚੀਆਂ ਹੀ ਹੁੰਦੀਆਂ ਸੀ ਉਹ ਜਗ੍ਹਾ ਜਿਹੜੀਆਂ ਸਨ, ਪੱਕੀਆਂ ਇੱਟਾਂ ਦੇ ਰਿਵਾਜ ਨਹੀਂ ਸੀ ਅਜੇ, ਜਾਂ ਤੇ ਮਿੱਟੀ ਦੀਆਂ ਬਣੀਆਂ ਹੁੰਦੀਆਂ ਸੀ ਜਾਂ ਕੱਚੀਆਂ ਇੱਟਾਂ ਦੀਆਂ ਬਣੀਆਂ ਹੁੰਦੀਆਂ ਸੀ। ਪਹਿਲਾਂ ਪੁਰਾਣੇ ਘਰ ਵੀ ਤੇ ਮਿੱਟੀ ਦੇ ਹੀ ਬਣੇ ਹੁੰਦੇ ਸੀ। ਸੋ ਉਹ ਕੱਚੀ ਬਣੀ ਹੋਈ ਸਮਾਧ ਸੀ, ਉਹ ਜਗ੍ਹਾ ਸੀ। ਸੁਣ ਕਰਕੇ ਗੁੱਸੇ ਵਿੱਚ ਆ ਕੇ ਭਾਈ ਸਾਧੂ ਨੇ ਉਸ ਜਗ੍ਹਾ ਤੇ ਆਪਣੀ ਲੱਤ ਦਾ ਵਾਰ ਕੀਤਾ ਤੁਰਕ ਮੰਨਤਾ ਹਮਹੁ ਵਿਸਾਰੀ, ਔਰ ਕਹਿਣ ਲੱਗਾ ਕਿ ਤੁਸੀਂ ਜੇ ਮੱਥਾ ਟੇਕਣਾ ਤੇ ਟੇਕੋ, ਅਸੀਂ ਰੋਕਦੇ ਨਹੀਂ, ਪਰ ਅਸੀਂ ਹੁਣ ਇਸ ਜਗ੍ਹਾ ਤੇ ਮੱਥਾ ਨਹੀਂ ਟੇਕਣਾ ਕਿਉਂਕਿ ਅਸੀਂ ਇਹ ਸੇਵਾ ਤਿਆਗ ਦਿੱਤੀ ਹੈ। ਗੁਰਤੇ ਬਾਹੁਲ ਲੈ ਹਮ ਹਾਏ, ਅਸੀਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਪਾਉਲ ਪ੍ਰਾਪਤ ਕੀਤੀ ਹੈ। ਇਸ ਥਲ ਕੋ ਅਬ ਦੇਉ ਢਹਾਏ, ਇਸ ਕਰਕੇ ਮੈਂ ਆਪਣੇ ਘਰ ਦੇ ਵਿੱਚੋਂ ਇਸ ਜਗ੍ਹਾ ਨੂੰ ਹੁਣ ਢਵਾ ਦਿਆਂਗਾ, ਮੈਂ ਰਹਿਣ ਨਹੀਂ ਦੇਣਾ ਇਸ ਜਗ੍ਹਾ ਨੂੰ। ਇਸ ਜਗ੍ਹਾ ਦੇ ਉੱਪਰ ਸਭ ਮਿਲ ਕਹਿਓ ਮੂੜ ਕਰ ਮੌਨ, ਇਹਦੇ ਸਾਰੇ ਜਿੰਨੇ ਰਿਸ਼ਤੇਦਾਰ ਨਾਤੀ ਸੰਬੰਧੀ ਜਾਤੀ ਗੋਤੀ ਇਕੱਠੇ ਹੋਏ ਸੀ, ਸਾਰੇ ਕਹਿਣ ਲੱਗੇ, ਹੇ ਮੂਰਖਾ ਚੁੱਪ ਕਰ ਜਾ, ਕੈਸੇ ਬਚਨ ਬੋਲ ਰਿਹਾ ਹੈ ਆਪਣੇ ਮੂੰਹ ਤੋਂ। ਇਹ ਬਿਦ ਸਿਖਰਾਈ ਤੋਹਿ ਕੌਣ, ਇਹ ਜਿਹੜੀ ਤੇ ਰੀਤੀ ਹੈ ਤੇਰੀ, ਇਹ ਤੈਨੂੰ ਕਿਹਨੇ ਸਿਖਾ ਦਿੱਤੀ ਹੈ? ਇਹ ਤੇ ਸਿੱਖਿਆ ਅਸੀਂ ਨਹੀਂ ਤੇਰੇ ਤਾਈਂ ਦਿੱਤੇ। ਹਮ ਸਰਵਰ ਕੇ ਸੇਵਕ ਮਹਾ, ਅਸੀਂ ਸਾਰੇ ਇਸ ਸਰਵਰ ਸੁਲਤਾਨ ਪੀਰ ਦੇ ਸੇਵਕ ਹਾਂ ਬਹੁਤ ਭਾਰੇ। ਕੁੱਲ ਕਲੰਕ ਤੈ ਬੋਲਿਓ ਕਹਾਂ, ਤੂੰ ਤੇ ਕੁੱਲ ਨੂੰ ਕਲੰਕ ਹੈ, ਸਾਡੀ ਨੂੰ ਤੂੰ ਕਿਹੜੇ ਇਹ ਬਚਨ ਕਰ ਦਿੱਤੇ ਆ ਮੰਦੇ ਅਜੋਗ ਬਚਨ। ਕਰਹਿ ਬਾਬਰਾ ਦੇਹ ਵਿਨਾਸ਼, ਹੇ ਬਾਬਰੇ, ਹੇ ਮੂਰਖ, ਹੇ ਪਾਗਲਾ, ਤੇਰੀ ਦੇਹ ਨੂੰ ਇਹ ਪੀਰ ਆ ਜਿਹੜਾ ਵਿਨਾਸ਼ ਕਰ ਦੇਗਾ, ਇਹ ਤੈਨੂੰ ਜੀਂਦਾ ਨਹੀਂ ਛੱਡੇਗਾ, ਮਾਰ ਦੇਗਾ ਤੇਰੇ ਤਾਈਂ। ਅਬ ਵੀ ਕਹੋ ਮੈਂ ਸਰਵਰ ਦਾਸ, ਅਜੇ ਵੀ ਤੂੰ ਕਹਿ ਦੇ ਵੀ ਮੈਂ ਸਰਵਰ ਪੀਰ ਦਾ ਸੇਵਕ ਹਾਂ ਤੇ ਤੇਰੇ ਤਾਈਂ ਇਹ ਪੀਰ ਬਖਸ਼ ਲਏਗਾ। ਇਤੇ ਆਦਿਕ ਬਹੁ ਕਹਿ ਹਾਰੇ, ਇਤੇ ਆਦਿਕ ਇਹਨਾਂ ਸਾਰਿਆਂ ਨੇ ਬੜੀ ਭਾਰੀ ਸਿੱਖਿਆ ਦਿੱਤੀ, ਪਰਚਾਉਣ ਦੀ ਕੋਸ਼ਿਸ਼ ਕੀਤੀ, ਕਹਿ ਕੇ ਹਾਰ ਗਏ, ਥੱਕ ਗਏ। ਕਹਿ ਸਾਧੂ ਨੇ ਕਿਹ ਬਚ ਧਾਰੇ, ਪਰ ਭਾਈ ਸਾਧੂ ਨੇ ਕਿਸੇ ਦੇ ਵੀ ਬਚਨ ਨੂੰ ਸਵੀਕਾਰ ਨਾ ਕੀਤਾ। ਅਟ ਸਭ ਰਹੇ ਪਰਸ ਪਰ ਇਮ ਕਹਿ, ਇਉਂ ਆਪਸਰੀ ਦੇ ਵਿੱਚ ਕਹਿ ਕਰਕੇ ਸਾਰਿਆਂ ਨੇ ਪਲਚਾਉਣ ਦੀ ਬੜੀ ਕੋਸ਼ਿਸ਼ ਕੀਤੀ ਹੈ, ਪਰ ਕਿਸੇ ਵੀ ਤਰੀਕੇ ਦੇ ਨਾਲ ਭਾਈ ਸਾਧੂ ਮੰਨਣ ਦੇ ਲਈ ਤਿਆਰ ਨਹੀਂ। ਇਹ ਆਪਸਰੀ ਦੇ ਵਿੱਚ ਇੱਕ ਦੂਜੇ ਨੂੰ ਕਹਿ ਕੇ ਸਲਾਹਾਂ ਕਰਕੇ ਭਾਈ ਸਾਧੂ ਨੂੰ ਸਮਝਾਉਂਦੇ ਆ, ਪਰ ਭਾਈ ਸਾਧੂ ਮੰਨਦਾ ਨਹੀਂ। ਕਰਿਓ ਬਾਬਰਾ ਸਰਵਰ ਨੇ ਇਹ, ਹੁਣ ਇਹਨਾਂ ਨੇ ਆਪਸਰੀ ਵਿੱਚ ਵਿਚਾਰ ਕੀ ਕੀਤੀ, ਕਹਿੰਦੇ ਇਹਦੇ ਤਾਈਂ ਤੇ ਸਖੀ ਸਰਵਰ ਨੇ ਕਮਲਾ ਕਰ ਦਿੱਤਾ। ਸਰਬ ਸੁਬਤ ਜਬ ਨਿਸ਼ਾ ਮਝਾਰਾ, ਇਉਂ ਜਦੋਂ ਸਾਰੇ ਸੁੱਤੇ ਹੋਏ ਸੀ ਰਾਤ ਦੇ ਸਮੇਂ, ਜਦੋਂ ਰਾਤਰੀ ਦਾ ਸਮਾਂ ਆਇਆ, ਲੈ ਕਰ ਕਹੀ ਸੁਥਾਨ ਬਿਦਾਰਾ, ਉਸ ਸਮੇਂ ਭਾਈ ਸਾਧੂ ਜਾਗਿਆ, ਉੱਠ ਕਰਕੇ ਹੱਥ ਦੇ ਵਿੱਚ ਕਈ ਧਾਰਨ ਕੀਤੀ। ਜਿਹੜੀ ਕੱਚੀ ਜਗ੍ਹਾ ਬਣੀ ਹੋਈ ਸੀ ਸਖੀ ਸਰਵਰ ਦੀ ਘਰ ਵਿੱਚ, ਰਾਤ ਨੂੰ ਕਈ ਲੈ ਕੇ ਇਸਨੇ ਢਾ ਦਿੱਤੀ ਹੈ। ਦਿਨ ਮਹਿ ਉੱਠ ਸੋ ਸ਼ਕਲ ਬਣਾਵੈ, ਹੁਣ ਉੱਥੋਂ ਪੁੱਟ ਕਰਕੇ ਜਗ੍ਹਾ ਤੇ ਭਾਈ ਸਾਧੂ ਨੇ ਬਾਹਰ ਸਿੱਟ ਦਿੱਤੀ, ਧਰਤੀ ਪੱਧਰੀ ਕਰ ਦਿੱਤੀ ਜਿੱਥੇ ਇਹਦੀ ਕਬਰ ਬਣੀ ਹੋਈ ਸੀ, ਜਗ੍ਹਾ ਬਣੀ ਹੋਈ ਸੀ। ਜਿਹੜੇ ਇਹਦੇ ਜਾਤੀ ਗੋਤੀ ਘਰ ਵਿੱਚ ਸੁੱਤੇ ਸੀ, ਕਿਉਂਕਿ ਪਹਿਲੋਂ ਰਿਵਾਜ ਸੀ ਕਈ ਦਿਨ ਪ੍ਰਾਹੁਣੇ ਜਾਂਦੇ ਹੀ ਨਹੀਂ ਸੀ, ਉਹਨਾਂ ਨੇ ਉੱਠ ਕੇ ਸਵੇਰੇ ਵੇਖਿਆ ਇਹ ਦਿਨ ਪਾਛੈ ਢਾਹੇ ਗਿਰਾਵੈ, ਕਿ ਇਹ ਸਾਡੇ ਤੋਂ ਪਿੱਛੋਂ ਕਿੰਨੇ ਰਾਤ ਦੇ ਸਮੇਂ ਢਾਹ ਕਰਕੇ ਜਗ੍ਹਾ ਜਿਹੜੀ ਸੁੱਟ ਦਿੱਤੀ ਔਰ ਪੱਧਰੀ ਕਰ ਦਿੱਤੇ। ਇਸ ਪ੍ਰਕਾਰ ਕੁਛ ਸਮਾਂ ਬਿਤਾਇਓ, ਇਸ ਤਰੀਕੇ ਦੇ ਨਾਲ ਉਹ ਆਪਸਰੀ ਦੇ ਵਿੱਚ ਝਗੜਾ ਕਰਦੇ ਆ, ਪਰਿਵਾਰ ਜਿਹੜੇ ਆਪਸਰੀ ਵਿੱਚ ਸਲਾਹਾਂ ਕਰਦੇ ਆ, ਭਾਈ ਸਾਧੂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ। ਉਹ ਇਸੇ ਜਹਿਦ ਦੇ ਵਿੱਚ ਹੀ ਸਮਾਂ ਲੰਘ ਗਿਆ ਕੁਝ ਕੁ। ਸਤਿਗੁਰ ਕੋ ਸਿਮਰਨ ਉਰ ਭਾਇਓ, ਇਧਰ ਭਾਈ ਸਾਧੂ ਦੀ ਬਿਰਤੀ ਲੱਗੀ ਹੋਈ ਆ, ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਵਾਹਿਗੁਰੂ ਗੁਰ ਮੰਤਰ ਹਿਰਦੇ ਨੂੰ ਚੰਗਾ ਲੱਗਦਾ, ਉਹਦਾ ਅਭਿਆਸ ਕਰਦੇ ਹਨ ਜੀ। ਗੁਰੂ ਧਿਆਨ ਕਰ ਤੇਰੇ ਸੋ ਮਿਲਾ, ਇਹ ਗੁਰੂ ਸਾਹਿਬ ਜੀ ਦਾ ਧਿਆਨ ਧਰ ਕੇ ਆਪਣੀ ਇਸਤਰੀ ਦੇ ਨਾਲ ਮਿਲ ਕਰਕੇ ਗ੍ਰਸਤੀ ਦੇ ਕਾਰਜਾਂ ਦੇ ਵਿੱਚ ਮਸ਼ਗੂਲ ਹੋ ਗਿਆ। ਗਰਭ ਧਰਨ ਕੀਨ ਸਤਬ ਭਲਾ, ਤਦੋਂ ਸਤਿਗੁਰਾਂ ਦੇ ਵਚਨ ਸਦਕਾ, ਆਸ਼ੀਰਵਾਦ ਸਦਕਾ ਭਾਈ ਆਕੁਲ ਸਿੱਖ ਦੀ ਜੋ ਕੰਨਿਆ ਸੀ ਨਾ, ਇਸ ਨੇ ਸਤਿਗੁਰੂ ਦੇ ਬਚਨਾਂ ਦੇ ਅਨੁਸਾਰ ਗਰਭ ਧਾਰਨ ਕਰ ਲਿਆ ਹੈ।
ਗਰੀਬ ਨਵਾਜ ਦੇ ਬਚਨ ਸੀ ਵੀ ਤੇਰੇ ਘਰ ਦੇ ਵਿੱਚ ਸਾਡਾ ਪੱਕਾ ਸਿੱਖ ਜਨਮ ਲਏਗਾ ਉਹ ਬੱਚਾ। ਸੋ ਸਤਿਗੁਰੂ ਦੇ ਬਚਨ ਸਫਲ ਹੋਏ। ਇਉਂ ਇਹ ਸਮਾਂ ਬਤੀਤ ਹੋ ਰਿਹਾ ਹੈ। ਇੱਥੇ ਪ੍ਰਸੰਗ ਦੀ ਸਮਾਪਤੀ ਹੋ ਗਈ ਹੈ, ਸਮੇਂ ਦੀ ਵੀ ਸਮਾਪਤੀ ਹੈ। ਅੱਗੇ ਜਿਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਜੀਵਨ ਦੀ ਪਾਵਨ ਪਵਿੱਤਰ ਕੌਤਕ ਇਹ ਕਥਾ ਆਏਗੀ, ਆਪਾਂ ਵਿਚਾਰਾਂਗੇ। ਹੋਈਆਂ ਭੁੱਲਾਂ ਦੇ ਖਿਮਾ ਬਖਸ਼ਣੀ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਗਰੀਬ ਨਵਾਜ ਮਿਹਰ ਕਰਨ। ਇਹ ਪਾਵਨ ਪਵਿੱਤਰ ਸ਼ੁਭ ਉਪਦੇਸ਼, ਇਹ ਜੀਵਨ ਕੌਤਕ ਸਾਡੇ ਹਿਰਦਿਆਂ 'ਚ ਵਸ ਜਾਣ, ਤਾਂ ਕਿ ਭਾਈ ਸਾਧੂ ਵਰਗੋਂ ਅਸੀਂ ਵੀ ਸਤਿਗੁਰੂ ਦੇ ਚਰਨਾਂ ਨੂੰ ਸਮਰਪਿਤ ਹੋ ਕਰਕੇ ਸਫਲ ਹੋ ਸਕੀਏ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਜੀ। ਗੁਰੂ ਧਿਆਨ ਕਰ ਤ੍ਰੇ ਸੋ ਮਿਲਾ, ਗਰਭ ਧਰਨ ਕੀਨ ਸਤਬ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।